ਮੌਜੂਦ ਹਾਜ਼ਰੀਨ ਅਤੇ ਇਸ ਟਰਕਿੰਗ ਭਾਈਚਾਰੇ ਦੇ ਮੈਂਬਰ ਸਾਹਿਬਾਨੋਂ, ਟਰੱਕਰ ਵੀਰੋ, ਡਰਾਈਵਰ ਵੀਰੋ, ਟਰਕਿੰਗ ਕੰਪਨੀਆਂ ਦੇ ਮਾਲਕ ਤੇ ਹੋਰ ਕਿਸੇ ਵੀ ਤਰ੍ਹਾਂ ਨਾਲ ਟਰਕਿੰਗ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਵੀਰਾਂ ਨੂੰ ਮੇਰੀ ਜਾਣੀ ਹਰਿੰਦਰ ਸਿੰਘ ਟਾਂਡਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਰ ਤੋਂ ਹਾਜ਼ਰ ਹਾਂ ਅੱਜ ਆਪਣਾ ਤੀਜਾ ਟਰਕਿੰਗ ਭਾਈਚਾਰਾ ਲਾਈਵ ਸ਼ੋਅ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ, ਤੁਹਾਡੇ ਕਦਮਾਂ ਦੇ ਵਿੱਚ ਫਿਰ ਤੋਂ ਹਾਜ਼ਰ। ਥੋੜਾ ਜਿਹਾ 10 ਮਿੰਟ ਅਸੀਂ ਲੇਟ ਹੋਏ ਆ, ਉਹਨਾਂ ਆਪਣੇ ਪ੍ਰੋਗਰਾਮ ਨੂੰ ਕੋਸ਼ਿਸ਼ ਕਰਾਂਗੇ ਕਿ ਅੱਗੇ ਲੈ ਕੇ ਜਾਵਾਂਗੇ। ਅੱਜ ਅਸੀਂ 7:30 ਦੀ ਬਜਾਏ 7:40 ਤੱਕ ਇਸ ਪ੍ਰੋਗਰਾਮ ਨੂੰ ਲੈ ਕੇ ਜਾਵਾਂਗੇ। ਮੈਂ ਪਹਿਲਾਂ ਹੀ ਤੁਹਾਡਾ ਖਿਮਾ ਜਾ ਚੁੱਕਾ ਕਿਉਂਕਿ ਕਿਸੇ ਤਕਨੀਕੀ ਨੁਕਸ ਕਾਰਨ ਸਾਨੂੰ 10 ਮਿੰਟ ਜਿਹੜਾ ਪ੍ਰੋਗਰਾਮ ਹੈ ਉਹ ਆਪਣਾ ਲੇਟ ਕਰਨਾ ਪਿਆ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਬੜਾ ਹੀ ਸੰਜੀਦਾ ਔਰ ਬਹੁਤ ਹੀ ਜ਼ਰੂਰੀ ਟੌਪਿਕ ਹੈ ਟਰਕਿੰਗ ਭਾਈਚਾਰੇ ਵਾਸਤੇ, ਖਾਸ ਕਰਕੇ ਉਹ ਲੋਕ ਜਿਹੜੇ ਟਰਕਿੰਗ ਕੰਪਨੀਆਂ ਦੇ ਨਾਲ ਵਾਬਸਤਾ ਹਨ, ਜਿਹੜੇ ਖਾਸ ਕਰਕੇ ਉਹ ਲੋਕ ਜਿਹੜੇ ਟਰਕਿੰਗ ਕੰਪਨੀ ਸਟਾਰਟ ਕਰਨੀ ਚਾਹੁੰਦੇ ਹਨ ਜਾਂ ਹਜੇ ਛੋਟੇ ਫਲੀਟ ਦੇ ਮਾਲਕ ਹਨ। ਖਾਸ ਕਰ ਉਹ ਸੱਜਣ ਜਿਹੜੇ 2-2, 3-3 ਟਰੱਕਾਂ ਦੇ ਮਾਲਕ ਹਨ, 5-5 ਟਰੱਕਾਂ ਦੇ ਮਾਲਕ ਹਨ। ਓਬਵੀਅਸਲੀ ਇਵੈਂਚੁਅਲੀ ਉਹਨਾਂ ਨੇ ਗਰੋ ਕਰਨਾ ਹੈ ਔਰ ਗਰੋ ਕਰਨ ਵਾਸਤੇ ਉਹਨਾਂ ਨੂੰ ਬਹੁਤ ਸਾਰੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਜਿਹੜੇ ਵੀ ਸੱਜਣ ਆਪਣੇ ਫਲੀਟ ਨੂੰ ਐਕਸਪੈਂਡ ਕਰਨ ਦੇ ਇੱਛੁਕ ਹਨ ਜਾਂ ਹਾਲੇ ਟਰਕਿੰਗ ਓਨਰ ਆਪਰੇਟਰ ਤੋਂ ਬਾਅਦ ਆਪਣੇ ਜਿਹੜੇ ਕਹਿ ਲਓ ਕਿ ਅਸੀਂ ਨਵੇਂ ਫਲੀਟ ਵੱਲ ਨੂੰ ਜਾ ਰਹੇ ਹਾਂ, ਅਸੀਂ ਆਪਣੇ ਫਲੀਟ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਵੀ ਉਹ ਸੱਜਣ ਜਿਹੜੇ ਆਪਣੇ ਫਲੀਟ ਨੂੰ ਖਾਸ ਤੌਰ ਤੇ ਐਕਸਪੈਂਡ ਕਰ ਰਹੇ ਹਨ, ਉਹਨਾਂ ਵਾਸਤੇ ਅੱਜ ਦਾ ਟੌਪਿਕ ਹੈ ਇਹ ਬੜਾ ਹੀ ਜਾਣਕਾਰੀ ਭਰਪੂਰ ਔਰ ਉਹਨਾਂ ਦੇ ਬਹੁਤ ਹੀ ਬੈਨੀਫਿਟ ਵਾਸਤੇ, ਬੜੇ ਫਾਇਦੇ ਵਾਸਤੇ, ਬੜੇ ਉਹਨਾਂ ਦਾ ਇਸ ਤੋਂ ਬਹੁਤ ਹੀ ਆਪਣਾ ਵਧੀਆ ਮੁਫਾਦ ਲੈ ਸਕਦੇ ਹਨ। ਸੋ ਦੋਸਤੋ, ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਡਰਾਈਵਰ ਕੁਆਲੀਫਿਕੇਸ਼ਨ ਫਾਈਲ। ਮੈਂ ਅਕਸਰ ਜਦੋਂ ਵੀ ਟਰੱਕਰ ਭਰਾਵਾਂ ਨਾਲ ਜਾਂ ਕੈਰੀਅਰ ਜਿਹੜੇ ਵੱਡੇ ਕੈਰੀਅਰਸ ਹਨ, ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਤੇ ਮੈਂ ਅਕਸਰ ਇਹ ਗੱਲ ਕਹਿਣਾ ਕਿ ਜਿਹੜੇ ਟਰੱਕਰ ਦੀ, ਜਿਹੜੇ ਕੈਰੀਅਰ ਦੀ ਡਰਾਈਵਰ ਫਾਈਲ ਕੰਪਲੀਸ਼ਨ ਜਿਹੜੀ ਹੈ ਉਹ ਪ੍ਰੋਪਰ ਨਹੀਂ ਹੈ, ਜਿਹਨਾਂ ਦੀ ਡਰਾਈਵਰ ਹਾਇਰਿੰਗ ਜਿਹੜੀ ਹੈ ਉਹ ਠੀਕ ਨਹੀਂ ਹੈ, ਉਹ ਕੰਪਨੀਆਂ ਕਦੀ ਵੀ ਗਰੋ ਨਹੀਂ ਕਰ ਸਕਦੀਆਂ। ਪਰ ਜੇਕਰ ਉਹ ਕੁਝ ਸਮੇਂ ਵਾਸਤੇ ਗਰੋ ਕਰ ਵੀ ਜਾਣ ਤਾਂ ਉਹ ਕੰਪਨੀਆਂ ਸਥਾਈ ਗਰੋ ਨਹੀਂ ਕਰਦੀਆਂ, ਉਹ ਸਦਾ ਚਿਰੀ ਨਹੀਂ ਹੁੰਦੀਆਂ। ਜਾਂ ਤਾਂ ਉਹਨਾਂ ਨੂੰ ਆਪਣਾ ਸਿਸਟਮ ਜਿਹੜਾ ਹੈ ਡਰਾਈਵਰ ਹਾਇਰਿੰਗ ਦਾ ਉਹ ਚੇਂਜ ਕਰਨਾ ਪੈਂਦਾ ਹੈ, ਉਹਨੂੰ ਤਬਦੀਲ ਕਰਨਾ ਪੈਂਦਾ ਬਹੁਤ ਜਲਦੀ, ਔਰ ਜਾਂ ਉਹ ਟਰਕਿੰਗ ਦੇ ਵਿੱਚ ਬਹੁਤਾ ਲੰਬਾ ਸਮਾਂ ਟਿਕ ਨਹੀਂ ਸਕਦੀਆਂ। ਸੋ ਜਿਹੜਾ ਬਹੁਤ ਜਲਦੀ ਵਿੱਚ ਡਰਾਈਵਰ ਨੂੰ ਹਾਇਰ ਕਰਨਾ ਹੈ, ਡਰਾਈਵਰ ਦੀ ਪ੍ਰੋਪਰ ਬੈਕਗ੍ਰਾਉਂਡ ਚੈੱਕ ਨਹੀਂ ਕਰਨੀ, ਉਹ ਸਾਰੀ ਜਿਹੜੀ ਹੈ ਉਹ ਡਰਾਈਵਰ ਕੁਆਲੀਫਿਕੇਸ਼ਨ ਦੇ ਅੰਡਰ ਆਉਂਦੀ ਹੈ। ਇੱਥੋਂ ਤੱਕ ਕਿ ਡਰਾਈਵਰ ਦੀ ਜਿਹੜੀ ਟ੍ਰੇਨਿੰਗ ਹੈ ਉਹ ਵੀ ਉਸ ਚੀਜ਼ ਦੇ ਅੰਡਰ ਆਉਂਦੀ ਹੈ। ਅਸੀਂ ਇੱਕ ਇੱਕ ਕਰਕੇ ਇਸ ਟੌਪਿਕ ਨੂੰ ਬੜੀ ਤਫਸੀਲ ਦੇ ਨਾਲ ਸਮਝਾਂਗੇ ਔਰ ਇਸ ਵਿੱਚ ਵਿਚਰਾਂਗੇ। ਅਕਸਰ ਜਦੋਂ ਅਸੀਂ ਟਰਕਿੰਗ ਕੁਆਲੀਫਿਕੇਸ਼ਨ ਬਾਰੇ ਗੱਲ ਕਰਦੇ ਹਾਂ ਤਾਂ ਕੈਰੀਅਰ ਭਰਾਵਾਂ ਦਾ ਇੱਕ ਗਿਲਾ ਹੁੰਦਾ ਹੈ ਕਿ ਡਰਾਈਵਰ ਦੀ ਸ਼ਾਰਟ ਹੋਣ ਕਾਰਨ, ਡਰਾਈਵਰ ਦੀ ਸ਼ਾਰਟੇਜ ਹੋਣ ਕਾਰਨ ਅਸੀਂ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਫਾਈਲਸ ਹੈਗੀਆਂ ਆ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮੇਨਟੇਨ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਸਾਨੂੰ ਕਰਨੀਆਂ ਚਾਹੀਦੀਆਂ। ਜਾਂ ਕਹਿ ਲਓ ਕਿ ਫੈਡਰਲ ਮੋਟਰ ਕੈਰੀਅਰ ਜਿਸ ਤਰੀਕੇ ਨਾਲ ਤੁਹਾਨੂੰ ਆਰਡਰ ਕਰਦਾ ਹੈ ਜਾਂ ਲਾਅ ਜਿਸ ਤਰ੍ਹਾਂ ਤੁਹਾਨੂੰ ਪਰਮਿਟ ਕਰਦਾ ਹੈ ਡਰਾਈਵਰ ਨੂੰ ਹਾਇਰ ਕਰਨ ਵਾਸਤੇ, ਤੁਸੀਂ ਉਸ ਤਰ੍ਹਾਂ ਦੀਆਂ ਜਿਹੜੀ ਹੈਗੀਆਂ ਡਰਾਈਵਰ ਕੁਆਲੀਫਿਕੇਸ਼ਨ ਜਿਹੜੀ ਆ ਉਹ ਨਹੀਂ ਮੇਨਟੇਨ ਕਰਕੇ ਰੱਖਦੇ। ਡਰਾਈਵਰ ਦੀਆਂ ਫਾਈਲਸ ਜਿਹੜੀਆਂ ਆ, ਡਰਾਈਵਰ ਕੁਆਲੀਫਿਕੇਸ਼ਨ ਫਾਈਲਸ ਜਿਹੜੀਆਂ ਆ, ਉਹਨਾਂ ਨੂੰ ਤੁਸੀਂ ਉਸ ਤਰ੍ਹਾਂ ਮੇਨਟੇਨ ਨਹੀਂ ਕਰਦੇ। ਸੋ ਅਲਟੀਮੇਟਲੀ ਕਈ ਵਾਰ ਅਸੀਂ ਥੋੜੀ ਚਿਰੀ ਸੋਚ ਲੈ ਕੇ ਜਾਂ ਕਈ ਵਾਰ ਕਾਹਲੀ ਦੇ ਦੌਰ ਦੇ ਵਿੱਚ, ਖਾਸ ਕਰਕੇ ਅੱਜ ਕੱਲ ਜਦੋਂ ਕਿ ਅੱਜ ਕੱਲ ਬੜੀ ਟਰਕਿੰਗ ਦੀ ਤੇਜ਼ੀ ਆ, ਪਿਛਲੇ 1 ਸਾਲ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਟਰਕਿੰਗ ਵਿੱਚ ਬਹੁਤ ਹੀ ਵਧੀਆ ਦਿਨ ਚੱਲ ਰਹੇ ਹਨ। ਸੋ ਜਦੋਂ ਇਸ ਤਰ੍ਹਾਂ ਦੇ ਦਿਨ ਚੱਲਦੇ ਹਨ ਤਾਂ ਇਹੋ ਜਿਹੀਆਂ ਗਲਤੀਆਂ ਹੋਣੀਆਂ ਸੁਭਾਵਿਕ ਵੀ ਹੋ ਜਾਂਦੀਆਂ ਔਰ ਮੈਂ ਸਮਝਦਾ ਹੈ ਕਿਸੇ ਹੱਦ ਤੱਕ ਉਹ ਟਰਕਿੰਗ ਬਿਜ਼ਨਸ ਦੀਆਂ ਜਾਂ ਇਸ ਵਪਾਰ ਦੀਆਂ ਕਈ ਵਾਰੀ ਮਜਬੂਰੀਆਂ ਵੀ ਹੋ ਜਾਂਦੀਆਂ ਹਨ। ਪਰ ਇਹਨਾਂ ਦਾ ਨੁਕਸਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ। ਅਕਸਰ ਕੰਪਨੀਆਂ ਨੂੰ ਬਹੁਤ ਵੱਡੀਆਂ ਪੈਨਲਟੀਜ਼, ਅਕਸਰ ਕੰਪਨੀਆਂ ਨੂੰ ਬਹੁਤ ਵੱਡੇ ਜੁਰਮਾਨੇ ਪੇ ਕਰਨ ਤੋਂ ਲੈ ਕੇ
ਕੰਪਨੀ ਬੰਦ ਹੋਣ ਦੀ ਨੌਬਤ ਆ ਜਾਂਦੀ ਹੈ। ਔਰ ਜਿਹੜੇ ਵੱਡੇ ਟਰੱਕਰ ਹਨ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਿਵੇਂ ਅਸੀਂ ਪਹਿਲਿਆਂ ਵੇਲਿਆਂ ਦੇ ਵਿੱਚ ਡਰਾਈਵਰ ਫਾਈਲਸ ਕੰਪਲੀਸ਼ਨ ਨਾ ਕਰਨ ਕਰਕੇ ਜਾਂ ਪ੍ਰੋਪਰ ਡਰਾਈਵਰ ਦੀ ਜਿਹੜੀ ਹਾਇਰਿੰਗ ਵਿੱਚ ਜਿਹੜਾ ਜੋ ਸਿਸਟਮ ਹੈ ਉਹਨੂੰ ਨਾ ਯੂਜ਼ ਕਰਨ ਦੇ ਕਾਰਨ ਜਦੋਂ ਕੰਪਨੀ ਬੰਦ ਹੁੰਦੀ ਹੈ ਜਾਂ DOT ਇਨਐਕਟੀਵੇਟ ਹੁੰਦੀ ਹੈ ਤਾਂ ਅਸੀਂ ਅਕਸਰ ਦੂਜੀ ਕੰਪਨੀ ਖੋਲਣ ਨੂੰ ਤਰਜੀਹ ਦਿੰਦੇ ਸਾਂ। ਪਰ ਹੁਣ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਫੇਸ ਕਰਦੇ ਹਨ, ਜਿਹੜੇ ਲੋਕਾਂ ਦਾ ਇਸ ਚੀਜ਼ ਦੇ ਨਾਲ ਵਾਹ ਪੈਂਦਾ ਹੈ, ਉਹਨਾਂ ਨੂੰ ਪਤਾ ਕਿ ਵੱਡੇ ਫਲੀਟਸ ਨੂੰ ਖਾਸ ਕਰਕੇ ਏਡਾ ਸੌਖਾ ਨਹੀਂ ਕਿ ਅਸੀਂ ਉਸ ਨੂੰ ਅੱਜ ਬੰਦ ਕਰਕੇ ਔਰ 25 30 ਜਾਂ 40 ਟਰੱਕ ਜਾਂ 50 ਟਰੱਕ ਜਿਹੜੇ ਹੈ ਉਹ ਅਸੀਂ ਦੂਜੀ ਕੰਪਨੀ ਵਿੱਚ ਪਾ ਲਈਏ, ਕਿਉਂਕਿ ਇੰਸ਼ੋਰੈਂਸ ਪੁਆਇੰਟ ਆਫ ਵਿਊ ਜਿਹੜਾ ਹੈ ਉਹ ਬਹੁਤ ਹੀ ਅੱਜ ਕੱਲ ਡਿਫਰੈਂਟ ਹੋ ਚੁੱਕਾ ਪਿਛਲੇ 5-4 ਸਾਲ ਦੇ ਮੁਕਾਬਲੇ। ਸੋ ਡਰਾਈਵਰ ਕੁਆਲੀਫਿਕੇਸ਼ਨ ਦੇ ਬਾਰੇ ਅਸੀਂ ਅੱਜ ਗੱਲ ਕਰਨੀ ਹੈ। ਅਸੀਂ ਆਪਣਾ ਸਮਾਂ ਜਿਹੜਾ ਹੈ 20-25 ਮਿੰਟ ਲਾਉਣੇ ਆ ਡਰਾਈਵਰ ਕੁਆਲੀਫਿਕੇਸ਼ਨ ਵਾਸਤੇ। ਸੋ ਸਭ ਤੋਂ ਪਹਿਲਾਂ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਫਾਈਲ ਦੇ ਵਿੱਚ ਹੀ ਆਉਂਦੀ ਹੈ ਉਹ ਆਉਂਦੀ ਹੈ ਡਰਾਈਵਰ ਐਪਲੀਕੇਸ਼ਨ। ਡਰਾਈਵਰ ਐਪਲੀਕੇਸ਼ਨ ਵਿੱਚ ਜਿੱਥੇ ਨਾਰਮਲ ਜੋ ਸਾਡਾ ਰੂਟੀਨ ਦੇ ਵਿੱਚ ਡਰਾਈਵਰ ਦਾ ਨਾਮ, ਸੋਸ਼ਲ ਸਿਕਿਉਰਿਟੀ, ਉਹਦਾ ਅਗਰ ਅਸੀਂ ਉਹਨੂੰ W2 ਤੇ ਪਾਉਂਦੇ ਆ ਤੇ ਉਹਦੀ ਜੋ ਵੀ ਇਨਫੋਰਮੇਸ਼ਨ ਹਨ, ਉਹਦੀਆਂ ਟੈਕਸ ਦੀਆਂ ਇਨਫੋਰਮੇਸ਼ਨ, ਉਹਦੀਆਂ ਫੈਮਿਲੀ ਦੇ ਬੱਚੇ ਕਿੰਨੇ ਐਗਜ਼ੈਂਪਟ ਹਨ, ਉਹ ਸਾਰੀਆਂ ਚੀਜ਼ਾਂ ਨਾਰਮਲ ਜਿਹੜੀਆਂ ਚੀਜ਼ਾਂ ਉਹ ਸਾਨੂੰ ਭਰਨੀਆਂ ਜ਼ਰੂਰੀ ਹੈ। ਪਰ ਜਿਹੜੀ ਖਾਸ ਚੀਜ਼ ਡਰਾਈਵਰ ਐਪਲੀਕੇਸ਼ਨ ਦੇ ਉੱਤੇ ਅਸੀਂ ਮਿਸ ਕਰਦੇ ਹਾਂ ਔਰ ਜਿਹਦੇ ਉੱਤੇ ਅਸੀਂ ਅਕਸਰ ਟਰੱਕਰ ਵੀਰਾਂ ਨੂੰ ਸਲਾਹ ਦੇਣ ਲੱਗਿਆ, ਜਿਹਦੇ ਵਿੱਚ ਅਕਸਰ ਅਸੀਂ ਆਪਣੇ ਟਰੱਕਰ ਵੀਰਾਂ ਨੂੰ ਕੋਈ ਵੀ ਮਸ਼ਵਰਾ ਦੇਣ ਲੱਗਿਆ, ਜਿਹੜੀ ਗੱਲ ਦੇ ਉੱਤੇ ਅਸੀਂ ਖਾਸ ਧਿਆਨ ਰੱਖਦੇ ਹਾਂ ਉਹ ਇਹ ਹੁੰਦਾ ਹੈ ਕਿ ਬੈਕਗਰਾਉਂਡ ਚੈੱਕ। ਕਿਸੇ ਵੀ ਐਪਲੀਕੇਸ਼ਨ ਦੇ ਉੱਤੇ ਪਹਿਲੀ ਗੱਲ ਹੈ ਕਿ ਜਿਹੜੀ ਵੀ ਤੁਹਾਡੀ ਐਪਲੀਕੇਸ਼ਨ ਹੈ ਉਹ ਫੈਡਰਲ ਮੋਟਰ ਕੈਰੀਅਰ ਦਾ ਬਕਾਇਦਾ ਸੈਂਪਲ ਸੇਫਰ ਜਿਹੜੀ ਸਾਈਟ ਹੈਗੀ ਆ fmcsa.dot.gov, ਜਿਹੜੀ ਫੈਡਰਲ ਗਵਰਨਮੈਂਟ ਦੀ ਜਿਹੜੀ ਸਾਈਟ ਹੈਗੀ ਆ ਜਿਹਨੂੰ ਅਸੀਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਸਾਈਟ ਕਹਿੰਦੇ ਆ, ਉਹਦੇ ਉੱਤੇ ਬਕਾਇਦਾ PDF ਫਾਰਮ ਦੇ ਵਿੱਚ ਜਿਹੜੀ ਡਰਾਈਵਰ ਐਪਲੀਕੇਸ਼ਨ ਹੈ ਉਹਦਾ ਫਾਰਮ ਤੁਹਾਨੂੰ ਮਿਲ ਜਾਂਦਾ। ਸੋ ਮੈਂ ਹਮੇਸ਼ਾ ਰეკਮੈਂਡ ਕਰਦਾ ਕਿ ਉਸ ਫਾਰਮ ਨੂੰ ਯੂਜ਼ ਕੀਤਾ ਜਾਵੇ। ਅਗਰ ਤੁਸੀਂ ਉਹ ਫਾਰਮ ਨਹੀਂ ਵੀ ਯੂਜ਼ ਕਰਦੇ ਤਾਂ ਫਿਰ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਕੋਈ ਫਾਰਮ ਪ੍ਰੋਵਾਈਡਰ ਹੈਗਾ, ਜਿਹਦੇ ਕੈਲਰ ਹੈ ਜਾਂ ਹੋਰ ਵੀ ਜਿਸ ਵੀ ਕੰਪਨੀ ਦਾ ਫਾਰਮ ਯੂਜ਼ ਕਰਦੇ ਹੋ, ਜਾਂ ਤੁਸੀਂ ਇੰਟਰਨੈਟ ਤੋਂ ਵੀ ਅਗਰ ਕੋਈ ਫਾਰਮ ਲਿਖਦੇ ਹੋ, ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਿਆ ਜਾਵੇ, ਇਸ ਗੱਲ ਨੂੰ ਮੇਕ ਸ਼ੋਰ ਕੀਤਾ ਜਾਵੇ ਕਿ ਉਹਦੇ ਸਾਰੇ ਜਿਹੜੇ ਕਾਲਮਸ ਹੈਗੇ ਆ ਉਹ ਫੈਡਰਲ ਮੋਟਰ ਕੈਰੀਅਰ ਦੇ ਕਾਲਮਸ ਦੇ ਨਾਲ ਮਿਲਦੇ ਹੋਣ। ਸੋ ਬਾਕੀ ਕਾਲਮ ਜਿਹੜੇ ਆ ਰੈਗੂਲਰ ਕਾਲਮਸ ਹੈ, ਐਕਸਪੀਰੀਅੰਸ ਹੈ, ਸਾਈਟੇਸ਼ਨਸ ਹੈ, ਐਕਸੀਡੈਂਟ ਰਿਪੋਰਟਸ ਹੈ, ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਬਕਾਇਦਾ ਐਪਲੀਕੇਸ਼ਨ ਦੇ ਉੱਤੇ ਮੈਂਸ਼ਨ ਹੋਣੀਆਂ ਚਾਹੀਦੀਆਂ। ਅਗਰ ਡਰਾਈਵਰ ਆਪ ਇਹਨਾਂ ਚੀਜ਼ਾਂ ਨੂੰ ਭਰਨ ਦੇ ਯੋਗ ਨਹੀਂ ਹੈ ਜਾਂ ਉਹ ਤਕਲੀਫ ਮਹਿਸੂਸ ਕਰਦਾ ਜਾਂ ਉਹ ਮੁਸ਼ਕਲ ਮਹਿਸੂਸ ਕਰਦਾ, ਤਾਂ ਇਹ ਕੈਰੀਅਰ ਦੀ ਡਿਊਟੀ ਬਣਦੀ ਹੈ ਕਿ ਉਹ ਆਪ ਜਾਂ ਉਹਨਾਂ ਦੇ ਹਾਇਰਿੰਗ ਡਿਪਾਰਟਮੈਂਟ ਦੇ ਵਿੱਚ ਜੋ ਵੀ ਕੰਸਰਨ ਪਰਸਨ ਹੈ ਉਹ ਬਕਾਇਦਾ ਉਸ ਐਪਲੀਕੇਸ਼ਨ ਨੂੰ ਦੇਖੇ। ਜਦੋਂ ਵੀ ਅਸੀਂ ਕਈ ਵਾਰੀ ਸੱਜਣਾ ਦੇ ਆਪਣੇ ਕੈਰੀਅਰਸ ਦੇ ਆਡਿਟ ਕਰਵਾਉਂਦੇ ਆ ਤਾਂ ਅਕਸਰ ਵਿੱਚ ਇਹ ਦੇਖਣ ਵਿੱਚ ਆਉਂਦਾ ਹੈ ਕਿ ਡਰਾਈਵਰ ਦੀ ਐਪਲੀਕੇਸ਼ਨ ਵਿੱਚ ਡਰਾਈਵਰ ਦਾ ਨਾਮ, ਸੋਸ਼ਲ ਸਿਕਿਉਰਿਟੀ, ਉਹਦਾ ਡਰਾਈਵਿੰਗ ਲਾਇਸੈਂਸ ਤੋਂ ਇਲਾਵਾ ਕੋਈ ਵੀ ਹੋਰ ਜਿਹੜਾ ਕਾਲਮ ਹੈਗਾ ਉਹਨੂੰ ਪ੍ਰੋਪਰ ਫਿਲ ਨਹੀਂ ਕੀਤਾ ਹੁੰਦਾ। ਸੋ ਕੈਰੀਅਰ ਵਾਸਤੇ ਇਹ ਗੱਲ ਜ਼ਰੂਰੀ ਹੈ ਕਿ ਉਹ ਪ੍ਰੋਪਰ ਉਹਦਾ MBR ਰੈਕਡ ਮੰਗਵਾਵੇ। ਸਭ ਤੋਂ ਪਹਿਲਾਂ ਜਦੋਂ ਡਰਾਈਵਰ ਤੁਹਾਡੇ ਕੋਲ ਹਾਇਰ ਹੋਣ ਆਉਂਦਾ ਹੈ ਤੇ ਤੁਹਾਡੀ ਇਹ ਡਿਊਟੀ ਬਣਦੀ ਹੈ, ਤੁਹਾਡੇ ਲਈ ਇਹ ਬਹੁਤ ਇੱਕ ਜ਼ਰੂਰੀ ਜਿਹੜੀ ਚੀਜ਼ ਹੈ ਕਿ ਤੁਸੀਂ ਉਸ ਡਰਾਈਵਰ ਦਾ MBR ਰੈਕਡ ਨਾਲ ਲੈ ਕੇ ਫਿਰ ਐਪਲੀਕੇਸ਼ਨ ਉਹਨੂੰ ਪਕੜਾਓ ਜਾਂ ਫਿਰ ਐਪਲੀਕੇਸ਼ਨ ਜਿਹੜੀ ਉਹਨੂੰ ਭਰਨ ਦਿਓ। ਜਾਂ ਇੰਜ ਕਹਿ ਲਓ ਕਿ ਜਦੋਂ MBR ਦੀ ਕਾਪੀ ਤੁਹਾਡੇ ਕੋਲ ਹੁੰਦੀ ਹੈ ਤੇ ਮੇਕ ਸ਼ੋਰ ਕਰੋ ਕਿ ਡਰਾਈਵਰ ਨੇ ਜੋ ਵੀ ਐਪਲੀਕੇਸ਼ਨ ਦੇ ਉੱਤੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਉਹਦੇ MBR ਰੈਕਡ ਦੇ ਨਾਲ ਉਹ ਮਿਲਦੀ ਹੈ। ਜੇਕਰ ਨਹੀਂ ਮਿਲਦੀ ਤਾਂ ਉਹਨੂੰ ਬਕਾਇਦਾ ਕੰਪਲੀਟ ਕਰਵਾਇਆ ਜਾਵੇ। ਸੋ ਉਹਦੇ ਐਕਸੀਡੈਂਟ, ਉਹਦੀਆਂ ਸਾਈਟੇਸ਼ਨਸ, ਉਹਦਾ ਕਿੰਨਾ ਐਕਸਪੀਰੀਅੰਸ ਹੈ, ਉਹ ਕਿੰਨੀਆਂ ਮਾਈਲਸ ਹੁਣ ਤੱਕ ਚਲਾ ਚੁੱਕਾ, ਇਹ ਸਾਰੇ ਕਾਲਮ ਜਿਹੜੇ ਆ ਇਹ ਤੁਹਾਡੇ ਡਰਾਈਵਰ ਐਪਲੀਕੇਸ਼ਨ ਦੇ ਉੱਤੇ ਮੌਜੂਦ ਹੁੰਦੇ ਹਨ ਔਰ ਤੁਹਾਨੂੰ ਉਹ ਸਾਰੇ ਭਰਨੇ ਜ਼ਰੂਰੀ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਜ਼ਰੂਰੀ ਚੀਜ਼ ਹੈ ਉਹ ਇਹ ਹੈ ਕਿ ਡਰਾਈਵਰ ਨੇ ਹੁਣ ਤੱਕ ਕਿੱਥੇ ਕਿੱਥੇ ਕੰਮ ਕੀਤਾ, ਭਾਵ ਉਹਦੇ ਪ੍ਰੀਵੀਅਸ ਇੰਪਲੋਇਰ ਦਾ ਵੇਰਵਾ। ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੂੰ ਇਹ ਗੱਲ ਮੈਂ ਬਹੁਤ ਜ਼ੋਰ ਦੇ ਕੇ ਔਰ ਉਹਨਾਂ ਦੇ ਬੜੇ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਕਿਸੇ ਵੀ ਡਰਾਈਵਰ ਦਾ ਘੱਟ ਤੋਂ ਘੱਟ 10 ਸਾਲ ਦਾ ਜੋ ਵੀ ਉਹਦਾ ਇੰਪਲੋਇਮੈਂਟ ਰੈਕਡ ਹੈ
ਉਹ ਤੁਹਾਡੇ ਕੋਲ ਉਸ ਐਪਲੀਕੇਸ਼ਨ ਦੇ ਉੱਤੇ ਮੈਂਸ਼ਨ ਹੋਣਾ ਚਾਹੀਦਾ। ਜੇਕਰ ਡਰਾਈਵਰ ਨੇ ਪਿਛਲੇ 3 ਸਾਲ ਦਾ ਰੈਕਡ ਹੈ ਉਹ 3 ਸਾਲ ਹੋਣਾ ਚਾਹੀਦਾ, ਜਿਹਦੇ ਕੋਲ 5 ਸਾਲ ਦਾ ਹੈ ਉਹਦੇ ਕੋਲ 5 ਸਾਲ ਦਾ ਹੋਣਾ ਚਾਹੀਦਾ, ਜਿਹਦੇ ਕੋਲ 10 ਸਾਲ ਤੋਂ ਉੱਪਰ ਦਾ ਹੈ ਉਹਦਾ 10 ਸਾਲ ਪੁਰਾਣੇ ਦਾ ਰੈਕਡ ਜ਼ਰੂਰ ਹੋਣਾ ਚਾਹੀਦਾ। ਮੈਂ ਥੋੜਾ ਜਿਹਾ ਫਿਰ ਇਹਨੂੰ ਤਫਸੀਲ ਵਿੱਚ ਦੱਸਦੇ ਹਾਂ, ਥੋੜਾ ਜਿਹਾ ਇਹਨੂੰ ਮੈਂ ਐਲੈਬੋਰੇਟ ਕਰਦੇ ਹਾਂ ਕਿ ਜਿਵੇਂ ਇੱਕ ਡਰਾਈਵਰ ਹਜੇ 2016 ਵਿੱਚ ਅਮਰੀਕਾ 'ਚ ਆਇਆ ਤੇ ਉਹ 2016 ਵਿੱਚ ਆਣ ਕੇ ਉਹਨੇ ਕਿਸੇ ਰੈਸਟੋਰੈਂਟ ਤੇ 2 ਸਾਲ ਵਾਸਤੇ ਕੰਮ ਕੀਤਾ, 1 ਸਾਲ ਉਹਨੇ ਕਿਤੇ ਸਟੋਰ ਦੇ ਉੱਤੇ ਕੰਮ ਕੀਤਾ ਔਰ ਪਿਛਲੇ 3 ਸਾਲ ਤੋਂ ਟਰੱਕ ਚਲਾ ਰਿਹਾ, ਤੇ ਉਹਦੇ ਜਿਹੜਾ ਪ੍ਰੀਵੀਅਸ ਇੰਪਲੋਇਮੈਂਟ ਵਾਲਾ ਸੈਕਸ਼ਨ ਹੈ ਉਹਦੇ ਵਿੱਚ ਉਹ ਸਾਰੇ ਹੀ ਇੰਪਲੋਇਰ ਜਿਹੜੇ ਹੈ ਜਿੱਥੇ ਜਿੱਥੇ ਉਹ ਕੰਮ ਕਰਕੇ ਆਇਆ ਪਿਛਲੇ 10 ਸਾਲ ਦੇ ਵਿੱਚ, ਅਗਰ ਉਹ 5 ਸਾਲ ਹੀ ਉਹਨੇ ਕੰਮ ਕੀਤਾ ਉਹ 5 ਸਾਲ ਮੈਂਸ਼ਨ ਹੋਣੇ ਚਾਹੀਦੇ ਨੇ। ਜਿਹੜਾ ਆਦਮੀ 12 ਸਾਲ ਪਿਛਲੇ ਕੰਮ ਕੀਤਾ ਉਹਦੇ ਲਾਸਟ 2 ਸਾਲ ਆਪਾਂ ਨੂੰ ਨਹੀਂ ਚਾਹੀਦੇ, ਉਹਦੇ 10 ਸਾਲ ਲਾਸਟ ਚਾਹੀਦੇ। ਮੈਂ ਜੀ ਹੋਰ ਥੋੜਾ ਜਿਹਾ ਤਫਸੀਲ ਨਾਲ ਦੱਸਣਾ ਚਾਹਾਂ ਤੇ ਜਿਹੜਾ ਡਰਾਈਵਰ ਅੱਜ ਅਸੀਂ 2021 ਵਿੱਚ ਹਾਇਰ ਕਰ ਰਹੇ ਹਾਂ, 2011 ਤੋਂ ਲੈ ਕੇ ਹੁਣ ਤੱਕ ਉਹਨੇ ਜਿੰਨਾ ਵੀ ਕੰਮ ਕੀਤਾ, ਚਾਹੇ ਉਹ 2016 ਤੋਂ ਕੀਤਾ ਹੋਵੇ, ਚਾਹੇ 2013 ਤੋਂ ਸਟਾਰਟ ਕੀਤਾ ਹੋਵੇ, ਚਾਹੇ ਉਹ 2017 ਤੋਂ ਸਟਾਰਟ ਕੀਤਾ ਹੋਵੇ, ਜਿਹੜਾ ਵੀ ਕੰਮ ਉਹਨੇ 2011 ਤੋਂ ਲੈ ਕੇ 2021 ਦੇ ਸਪੈਨ ਦੇ ਵਿੱਚ ਕੋਈ ਵੀ ਕੰਮ ਕੀਤਾ ਹੈ ਉਹ ਸਾਰਾ ਕੰਮ ਉਹਦਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਮੈਂਸ਼ਨ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਆਉਂਦੀ ਹੈ ਡਰਾਈਵਰ ਬੈਕਗ੍ਰਾਉਂਡ ਚੈੱਕ। ਸੋ ਡਰਾਈਵਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਇੱਕ ਥੋੜੀ ਜਿਹੀ ਕਨਫਿਊਜ਼ਨ ਹੈ ਕਿ ਅਕਸਰ ਅਸੀਂ ਸਮਝਦੇ ਹਾਂ ਕਿ 3 ਸਾਲ ਦਾ ਡਰਾਈਵਿੰਗ ਤੁਹਾਡਾ ਰੈਕਡ ਹੈਗਾ ਉਹ ਬੈਕਗ੍ਰਾਉਂਡ ਉਹਦੀ ਚੈੱਕ ਹੋਣੀ ਜ਼ਰੂਰੀ ਹੈ। ਸੋ 3 ਸਾਲ ਦੇ ਵਿੱਚੋਂ ਜਦੋਂ ਅਸੀਂ ਐਪਲੀਕੇਸ਼ਨ ਭਰਦੇ ਹਾਂ ਉਹਦੇ ਵਿੱਚ ਬਕਾਇਦਾ ਇਸ ਚੀਜ਼ ਦਾ ਮੈਂਸ਼ਨ ਹੋਇਆ ਹੋਣਾ ਜ਼ਰੂਰੀ ਹੈ। ਇਹ ਚੀਜ਼ ਬਕਾਇਦਾ ਉਹਦੇ ਉੱਤੇ ਕਾਲਮ ਹੋਣਾ ਚਾਹੀਦਾ ਕਿ ਜਿਹੜਾ EMPLOYER ਹੈ, ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਫੈਡਰਲ ਮੋਟਰ ਕੈਰੀਅਰ ਦੀ ਐਪਲੀਕੇਸ਼ਨ ਹੈ ਹਮੇਸ਼ਾ ਉਹਨੂੰ ਫੋਲੋ ਕੀਤਾ ਜਾਵੇ। ਉਹਦੇ ਵਿੱਚ ਜਦੋਂ ਵੀ ਕਿਸੇ EMPLOYER ਦੀ ਇਨਫੋਰਮੇਸ਼ਨ ਤੁਸੀਂ ਦਿੰਦੇ ਹੋ ਤਾਂ EMPLOYER ਦੀ ਇਨਫੋਰਮੇਸ਼ਨ ਦੇਣ ਤੋਂ ਬਾਅਦ ਉਹਦੇ ਥੱਲੇ ਬਕਾਇਦਾ ਪੁੱਛਿਆ ਜਾਂਦਾ ਕਿ ਕੀ ਇਹ EMPLOYER ਤੁਹਾਡੇ ਕਿਸੇ ਵੀ ਤਰ੍ਹਾਂ ਨਾਲ ਫੈਡਰਲ ਮੋਟਰ ਕੈਰੀਅਰ ਜਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਇਸ ਜੌਬ ਦਾ ਕੋਈ ਰਿਲੇਸ਼ਨ ਸੀ ਜਾਂ ਨਹੀਂ। ਜੇਕਰ ਉੱਥੇ ਅਸੀਂ ਨਹੀਂ ਪਾਉਂਦੇ ਆ ਇਹਦਾ ਮਤਲਬ ਇਹ ਨਾਨ ਟਰਕਿੰਗ ਜੌਬ ਹੈ, ਜੇਕਰ ਅਸੀਂ ਉੱਥੇ ਯੈਸ ਪਾਉਂਦੇ ਆ ਇਹਦਾ ਮਤਲਬ ਇਹ ਟਰਕਿੰਗ ਜੌਬ ਹੈ। ਜੇਕਰ ਉੱਥੇ ਅਸੀਂ ਯੈਸ ਪਾਉਂਦੇ ਆ ਉਹ ਟਰਕਿੰਗ ਜੌਬ ਹੈ ਤਾਂ ਉਹ ਸਾਡੀ ਜੌਬ ਜਿਹੜੀ ਹੈ ਜਾਂ ਉਹ ਸਾਡਾ ਜਿਹੜਾ EMPLOYER ਹੈ ਉਹ ਸਬਜੈਕਟ ਟੂ ਬੈਕਗ੍ਰਾਉਂਡ ਚੈੱਕ ਬਣ ਜਾਂਦਾ ਹੈ। ਸੋ ਫਿਰ ਮੈਂ ਧਿਆਨ ਦੇਣ ਵਾਸਤੇ ਮੈਂ ਦੁਬਾਰਾ ਫਿਰ ਇੱਕ ਵਾਰੀ ਇਸ ਗੱਲ ਨੂੰ ਰਿਪੀਟ ਕਰ ਦਿਆਂ ਕਿ 10 ਸਾਲ ਦਾ ਟੋਟਲ, ਚਾਹੇ ਉਹ ਟਰਕਿੰਗ ਬੈਕਗ੍ਰਾਉਂਡ ਹੋਵੇ ਚਾਹੇ ਉਹ ਨਾਨ ਟਰਕਿੰਗ ਬੈਕਗ੍ਰਾਉਂਡ ਹੋਵੇ, ਐਪਲੀਕੇਸ਼ਨ ਦੇ ਉੱਤੇ ਉਸ 10 ਸਾਲ ਦੀ ਬੇਰਵਾ ਹੋਣਾ ਜ਼ਰੂਰੀ ਹੈ। ਪਰ ਜਿਹੜੀ ਉਹਦੇ ਵਿੱਚੋਂ ਬੈਕਗ੍ਰਾਉਂਡ ਚੈੱਕ ਹੋਣੀ ਹੈ ਉਹ ਪਿਛਲੇ 3 ਸਾਲ ਦੀ ਹੀ ਹੋਣੀ। ਜੇਕਰ ਪਿਛਲੇ 3 ਸਾਲ ਦੇ ਵਿੱਚ ਉਸ ਡਰਾਈਵਰ ਨੇ 3 EMPLOYER ਵਿੱਚ ਕੋਲ ਕੰਮ ਕੀਤਾ, ਜਿਹਦੇ ਵਿੱਚ ਇੱਕ ਉਹਨੇ ਰੈਸਟੋਰੈਂਟ ਤੇ ਕੰਮ ਕੀਤਾ, ਇੱਕ ਗੈਸ ਸਟੇਸ਼ਨ ਤੇ ਕੰਮ ਕੀਤਾ, ਇੱਕ ਟਰਕਿੰਗ ਕੰਪਨੀ 'ਚ ਕੰਮ ਕੀਤਾ ਪਿਛਲੇ 3 ਸਾਲ ਦੇ ਵਿੱਚ, ਤਾਂ ਸਿਰਫ ਤੇ ਸਿਰਫ ਇੱਕ ਜਿਹੜੀ ਟਰਕਿੰਗ ਕੰਪਨੀ ਦਾ ਜਿਹੜਾ ਵੇਰਵਾ ਆ ਉਹੀ ਯੂਜ਼ ਹੋਏਗਾ ਬੈਕਗ੍ਰਾਉਂਡ ਚੈੱਕ ਕਰਨ ਵਾਸਤੇ। ਸੋ ਕਹਿਣ ਦਾ ਭਾਵ ਹੈ ਕਿ ਪਿਛਲੇ 3 ਸਾਲ ਦੇ ਵਿੱਚ ਜਿੰਨੇ ਵੀ ਟੋਟਲ EMPLOYERS ਦੇ ਕੋਲ ਉਸ ਡਰਾਈਵਰ ਨੇ ਐਜ਼ ਏ ਡਰਾਈਵਰ ਕੰਮ ਕੀਤਾ, ਜੇਕਰ ਉੱਥੇ ਉਹਨੇ ਐਜ਼ ਏ ਡਿਸਪੈਚਰ ਕੰਮ ਕੀਤਾ ਤਾਂ ਫਿਰ ਵੀ ਉਹ ਉਸ ਦਾਇਰੇ ਵਿੱਚ ਨਹੀਂ ਆਉਂਦਾ। ਕਈ ਵਾਰ ਅਸੀਂ ਇਸ ਗੱਲ ਨੂੰ ਲੈ ਕੇ ਥੋੜਾ ਜਿਹਾ ਕਨਫਿਊਜ਼ ਹੁੰਦੇ ਆ ਕਿ ਉਹਨੇ ਟਰਕਿੰਗ ਕੰਪਨੀ 'ਚ ਕੰਮ ਕੀਤਾ ਪਰ ਜੇਕਰ ਉਹਨੇ ਟਰਕਿੰਗ ਕੰਪਨੀ 'ਚ ਬਤੌਰ ਡਿਸਪੈਚਰ ਕੰਮ ਕੀਤਾ ਜਾਂ ਅਕਾਊਂਟੈਂਟ ਕੰਮ ਕੀਤਾ ਤਾਂ ਫਿਰ ਵੀ ਉਹ ਬੈਕਗ੍ਰਾਉਂਡ ਚੈੱਕ ਕਰਨ ਦੇ ਦਾਇਰੇ ਵਿੱਚ ਨਹੀਂ ਆਉਂਦਾ। ਸੋ ਕੇਵਲ ਤੇ ਕੇਵਲ 3 ਸਾਲ ਦੇ ਉਹ EMPLOYER ਜਿਨ੍ਹਾਂ ਨਾਲ ਉਸ ਡਰਾਈਵਰ ਨੇ ਬਕਾਇਦਾ ਐਜ਼ ਅ ਡਰਾਈਵਰ ਕੰਮ ਕੀਤਾ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਹੋਣੀ ਜਿਹੜੀ ਆ ਉਹ ਜ਼ਰੂਰੀ ਹੈ। ਉਹਦੇ ਵਿੱਚ ਅੱਗੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਡੀ ਜਿਹੜੀ ਫੈਡਰਲ ਮੋਟਰ ਕੈਰੀਅਰ ਰਿਕੁਆਇਰਡ ਕਰਦਾ ਕਿ ਤੁਸੀਂ ਉਸ ਪ੍ਰੀਵੀਅਸ EMPLOYER ਨੂੰ ਉਹ ਜਿਹੜਾ ਫਾਰਮ ਹੈਗਾ ਉਹ ਡਰਾਈਵਰ ਕੋਲੋਂ ਬਕਾਇਦਾ ਉਹਦੀ ਐਪਲੀਕੇਸ਼ਨ ਦਾ ਉਹ ਪਾਰਟ ਹੁੰਦਾ ਹੈ, ਉਹਦੇ ਵਿੱਚੋਂ ਤੁਸੀਂ ਸਾਈਨ ਕਰਵਾ ਕੇ ਡਰਾਈਵਰ ਕੋਲੋਂ ਆਥੋਰਾਈਜ਼ੇਸ਼ਨ ਲੈ ਕੇ ਪ੍ਰੀਵੀਅਸ EMPLOYER ਨੂੰ ਉਹਨੂੰ ਈਮੇਲ ਕਰ ਸਕਦੇ ਹੋ, ਉਹਨੂੰ ਫੈਕਸ ਕਰ ਸਕਦੇ ਹੋ, ਉਹਨੂੰ ਬਾਏ ਮੇਲ ਲੈਟਰ ਭੇਜ ਸਕਦੇ ਹੋ ਜਾਂ ਉਹਨੂੰ ਕਿਸੇ ਵੀ ਹੋਰ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਅਗਰ ਇਹਨਾਂ 4 ਤਰੀਕਿਆਂ ਵਿੱਚੋਂ ਕੋਈ ਵੀ ਤਰੀਕਾ ਸਕਸੈਸਫੁਲ ਨਹੀਂ ਹੁੰਦਾ ਜਾਂ ਤੁਹਾਡੇ ਕੋਲ ਕਿਸੇ ਤਰ੍ਹਾਂ ਉਹਦਾ ਫੋਨ ਨੰਬਰ ਵੀ ਨਹੀਂ ਮਿਲਦਾ, ਐਡਰੈਸ ਵੀ ਨਹੀਂ ਹੈ, ਤਾਂ ਫਿਰ ਤੁਸੀਂ ਉਹਨੂੰ ਜੇਕਰ ਤੁਹਾਨੂੰ ਈਮੇਲ ਵੀ ਨਹੀਂ ਹੈ, ਤੁਹਾਡੇ ਕੋਲ ਐਡਰੈਸ ਵੀ ਨਹੀਂ ਹੈ, ਫੈਕਸ ਨੰਬਰ ਵੀ ਨਹੀਂ ਹੈ, ਤਾਂ ਤੁਸੀਂ ਫੋਨ ਦੇ ਉੱਤੇ ਕਾਲ ਕਰਕੇ ਬਕਾਇਦਾ ਉਸ EMPLOYER ਤੋਂ ਉਹਦਾ ਨਾਮ ਪੁੱਛ ਕੇ ਉਹਦੀ ਉਸ ਕੰਪਨੀ ਦੇ ਵਿੱਚ ਪੋਜੀਸ਼ਨ ਪੁੱਛ ਕੇ ਤੇ ਤੁਸੀਂ ਬਕਾਇਦਾ ਉਸ
ਡਰਾਈਵਰ ਬਾਰੇ ਵਰਬਲ ਵੀ ਕਨਫਰਮੇਸ਼ਨ ਲੈ ਸਕਦੇ ਹੋ। ਪਰ ਤੁਹਾਨੂੰ ਬਕਾਇਦਾ ਐਪਲੀਕੇਸ਼ਨ ਦੇ ਉੱਤੇ ਉਸ ਚੀਜ਼ ਨੂੰ ਮੈਂਸ਼ਨ ਕਰਨਾ ਪੈਂਦਾ ਕਿ ਮੇਰੀ ਫਲਾਹ ਆਦਮੀ ਨਾਲ ਫਲਾਹ ਫੋਨ ਦੇ ਉੱਤੇ ਫਲਾਹ ਵੇਲੇ ਫਲਾਹ ਤਰੀਕ ਨੂੰ ਬਕਾਇਦਾ ਗੱਲ ਹੋਈ ਹੈ ਔਰ ਇਸ ਵਿੱਚ ਆ ਜਿਹੜੀਆਂ ਇਨਫੋਰਮੇਸ਼ਨ ਮੈਨੂੰ ਉਹ ਮਿਲੀ। ਫੈਡਰਲ ਮੋਟਰ ਕੈਰੀਅਰ ਤੁਹਾਨੂੰ 3 ਵਾਰ ਰਿਕੁਆਇਰ ਕਰਦਾ ਕਿ ਤੁਸੀਂ 3 ਵਾਰ ਪ੍ਰੀਵੀਅਸ EMPLOYER ਨੂੰ ਕੰਟੈਕਟ ਕਰੋ ਔਰ ਤੁਹਾਡੇ ਕੋਲ ਉਸ ਚੀਜ਼ ਦਾ ਰੈਕਡ ਬਕਾਇਦਾ ਚਾਹੀਦਾ ਕਿ ਤੁਸੀਂ ਉਹਨੂੰ ਫੈਕਸ ਦੇ ਜਰੀਏ ਕੰਟੈਕਟ ਕੀਤਾ, ਉਹਨੂੰ ਤੁਸੀਂ ਅਗਰ ਮੇਲ ਲੈਟਰ ਕੀਤਾ ਜਾਂ ਉਹਨੂੰ ਤੁਸੀਂ ਈਮੇਲ ਕੀਤਾ ਤਾਂ ਤੁਹਾਡੇ ਕੋਲ ਉਹ ਸਾਰਾ ਰੈਕਡ ਹੋਣਾ ਜ਼ਰੂਰੀ ਹੈ। ਅਗਰ ਜਿਹੜਾ ਪ੍ਰੀਵੀਅਸ EMPLOYER ਹੈ ਉਹ ਇਹਨਾਂ ਸਾਰੀਆਂ ਹਰ ਤਰ੍ਹਾਂ ਦੇ ਨਾਲ ਅਪਰੋਚ ਕਰਨ ਤੋਂ ਬਾਅਦ ਹਰ ਤਰ੍ਹਾਂ ਦੇ ਨਾਲ ਕੰਟੈਕਟ ਕਰਨ ਦੇ ਬਾਵਜੂਦ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਕਰਦਾ ਤਾਂ ਤੁਸੀਂ ਐਪਲੀਕੇਸ਼ਨ ਦੇ ਉੱਤੇ ਇਹ ਚੀਜ਼ ਮੈਂਸ਼ਨ ਕਰਕੇ ਐਪਲੀਕੇਸ਼ਨ ਦੇ ਉੱਤੇ ਇਹ ਚੀਜ਼ ਜਿਹੜੀ ਹੈ ਉਹਨੂੰ ਬਕਾਇਦਾ ਉਹਨੂੰ ਨੋਟ ਕਰਕੇ ਕਿ ਅਸੀਂ ਫਲਾਨ ਤਰੀਕੇ ਦੇ ਨਾਲ ਇਸ EMPLOYER ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਸਕਸੈਸਫੁਲ ਨਹੀਂ ਹੋ ਸਕੇ, ਸੋ ਤੁਸੀਂ ਤੁਹਾਡੀ ਡਿਊਟੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਐਪਲੀਕੇਸ਼ਨ ਜਿਹੜੀ ਹੈ ਉਹ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ, ਉਹਦਾ ਹਰ ਇੱਕ ਕਲੌਜ਼ ਉਹਦਾ ਹਰ ਇੱਕ ਕਾਲਮ ਜਿਹੜਾ ਹੈ ਉਹ ਫਿਲ ਹੋਣਾ ਚਾਹੀਦਾ। ਉਸ ਤੋਂ ਬਾਅਦ ਅਗਲਾ ਜਿਹੜਾ ਜ਼ਰੂਰੀ ਡਾਕੂਮੈਂਟ ਐਪਲੀਕੇਸ਼ਨ ਦੇ ਨਾਲ ਲੱਗਣਾ ਉਹ ਆਬਵੀਅਸਲੀ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਔਰ ਉਹ ਵੈਲਿਡ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡਾ ਮੈਡੀਕਲ ਕਾਰਡ ਦੀ ਕਾਪੀ ਤੁਹਾਡੇ ਨਾਲ ਹੋਣੀ ਚਾਹੀਦੀ ਹੈ। ਮੋਟਰ ਵਹੀਕਲ ਰੈਕਡ ਜਿਹਨੂੰ ਅਸੀਂ MBR ਕਹਿੰਦੇ ਆ, ਜਿਹਨੂੰ ਅਸੀਂ DMV ਰੈਕਡ ਵੀ ਕਹਿੰਦੇ ਆ, ਆਮ ਪ੍ਰਚਲਿਤ ਨਾਮ ਉਹਦਾ DMV ਰੈਕਡ ਜਾਂ 3 ਈਅਰ ਰੈਕਡ ਉਹਨੂੰ ਆਮ ਅਸੀਂ ਕਹਿੰਦੇ ਆ, ਉਹਦੇ ਨਾਲ ਲੱਗਣਾ ਚਾਹੀਦਾ। ਉਸ ਤੋਂ ਬਾਅਦ ਡਰਾਈਵਰ ਪਾਲਿਸੀ ਜਿਹਨੂੰ ਅਸੀਂ ਡਰੱਗ ਪਾਲਿਸੀ ਵੀ ਕਹਿੰਦੇ ਆ। ਕੰਪਨੀ ਦੀ ਇਹ ਬਕਾਇਦਾ ਡਿਊਟੀ ਹੈ ਕਿ ਉਹ ਡਰਾਈਵਰ ਨੂੰ ਉਹਦੀ ਡਰੱਗ ਪਾਲਿਸੀ ਜਿਹੜੀ ਹੈ ਉਹ ਉਤੋਂ ਸਾਈਨ ਕਰਵਾਵੇ ਔਰ ਉਹਦੇ ਐਂਡ ਦੇ ਉੱਤੇ ਇਹ ਲਫ਼ਜ਼ ਬਕਾਇਦਾ ਲਿਖਿਆ ਹੋਣਾ ਚਾਹੀਦਾ ਹੈ ਕਿ ਕਾਪੀ ਰਿਸੀਵਡ ਐਂਡ ਐਕਸੈਪਟਡ। ਇਹ ਨਹੀਂ ਕਿ ਤੁਸੀਂ ਕੇਵਲ ਡਰੱਗ ਪਾਲਿਸੀ ਦੇ ਉੱਤੇ ਸਾਈਨ ਕਰਵਾ ਲਿਆ ਤੇ ਤੁਹਾਡੀ ਜਿਹੜੀ ਹੈ ਉਹ ਤੁਸੀਂ ਕੰਪਲਾਇੰਟ ਹੋ ਜਾਂਦੇ ਹੋ। ਤੁਸੀਂ ਤਾਂ ਕੰਪਲਾਇੰਟ ਹੁੰਦੇ ਹੋ ਜੇਕਰ ਤੁਸੀਂ ਉਸ ਦੀ ਇੱਕ ਕਾਪੀ ਜਿਹੜੀ ਹੈ ਉਹ ਬਕਾਇਦਾ ਡਰਾਈਵਰ ਨੂੰ ਵੀ ਦਿੰਦੇ ਔਰ ਇਹ ਚੀਜ਼ ਤੁਹਾਡੇ ਜਦੋਂ ਤੁਸੀਂ ਐਪਲੀਕੇਸ਼ਨ ਦੇ ਆਪਣੇ ਜਿਹੜੀ ਤੁਹਾਡੀ ਡਰਾਈਵਰ ਪਾਲਿਸੀ ਹੈ ਜਾਂ ਜਿਹੜੀ ਤੁਹਾਡੀ ਗੱਲ ਹੋ ਕਿ ਡਰੱਗ ਪਾਲਿਸੀ ਹੈ, ਜਦੋਂ ਤੁਸੀਂ ਉਹਦੇ ਉੱਤੇ ਬਕਾਇਦਾ ਸਾਈਨ ਕਰਵਾਉਂਦੇ ਹੋ ਤਾਂ ਉਹਦੇ ਉੱਤੇ ਇਹ ਲਫ਼ਜ਼ ਕਾਪੀ ਰਿਸੀਵਡ ਜਿਹੜਾ ਉਹ ਲਿਖਿਆ ਹੋਣਾ ਚਾਹੀਦਾ। ਇਕੱਲੇ ਸਾਈਨ ਜਿਹੜੇ ਹਨ ਉਹ ਤੁਹਾਡੀ ਡਰੱਗ ਪਾਲਿਸੀ ਨੂੰ ਜਾਂ ਤੁਹਾਡੀ ਡਰਾਈਵਰ ਕੁਆਲੀਫਿਕੇਸ਼ਨ ਫਾਈਲ ਨੂੰ ਫੈਡਰਲ ਮੋਟਰ ਕੈਰੀਅਰ ਦੇ ਲਾਅ ਦੇ ਹਿਸਾਬ ਨਾਲ ਕੰਪਲਾਇੰਟ ਨਹੀਂ ਕਰਦੇ। ਉਸ ਤੋਂ ਅਗਲੀ ਚੀਜ਼ ਜਿਹੜੀ ਹੈ ਉਹ ਡਰੱਗ ਟੈਸਟ। ਡਰੱਗ ਟੈਸਟ ਤੋਂ ਪਹਿਲਾਂ ਜਿਹੜੀ ਮੇਨ ਔਰ ਬੜੀ ਇੱਕ ਇੰਪੋਰਟੈਂਟ ਡਾਕੂਮੈਂਟ ਆ ਉਹਨੂੰ CCF ਕਹਿੰਦੇ ਆ। CCF ਉਹ ਫਾਰਮ ਹੁੰਦਾ ਜਿਹੜਾ ਕਿ ਤੁਹਾਡਾ ਜਦੋਂ ਅਸੀਂ ਡਰਾਈਵਿੰਗ ਦਾ ਆਪਣੀ ਜਿਹੜਾ ਸਾਡਾ ਡਰਾਈਵਰ ਹੈ ਜਦੋਂ ਉਹ ਲੈਬ ਦੇ ਵਿੱਚ ਆਪਣਾ ਯੂਰਿਨ ਸੈਂਪਲ ਦੇਣ ਜਾਂਦਾ ਹੈ ਡਰੱਗ ਟੈਸਟ ਵਾਸਤੇ ਤਾਂ ਉਸ ਜਿਹੜੀ ਲੈਬ ਹੈ ਉਹਨੂੰ ਉਹ ਪੇਪਰ ਦਿੱਤਾ ਜਾਂਦਾ ਜਿਹਨੂੰ ਅਸੀਂ CCF ਕਹਿੰਦੇ ਆ, ਕਸਟਡੀ ਕੰਟਰੋਲ ਫਾਰਮ ਉਹਦਾ ਜਿਹੜਾ ਪ੍ਰੋਪਰ ਨਾਮ ਹੈਗਾ। ਆਮ ਲੈਂਗੁਏਜ ਦੇ ਵਿੱਚ ਉਹਨੂੰ ਅਸੀਂ CCF ਫਾਰਮ ਕਹਿੰਦੇ ਆ ਜਾਂ ਕਸਟਡੀ ਫਾਰਮ ਵੀ ਕਹਿ ਦਿੰਦੇ ਆ। ਉਹਦੇ ਉੱਤੇ ਬਕਾਇਦਾ ਕੰਪਨੀ ਦਾ ਨਾਮ, ਜਿਸ ਕੰਪਨੀ ਨੇ ਭੇਜਿਆ ਔਰ ਉਹਦਾ ਪਰਪਸ ਕੀ ਹੈ, ਕਿਉਂਕਿ ਡਰੱਗ ਟੈਸਟ ਕਈ ਪ੍ਰਕਾਰ ਦਾ ਹੋ ਸਕਦਾ। ਡਰੱਗ ਟੈਸਟ ਤੁਹਾਡਾ ਪ੍ਰੀ ਇੰਪਲੋਇਮੈਂਟ ਹੋ ਸਕਦਾ, ਪੋਸਟ ਐਕਸੀਡੈਂਟ ਹੋ ਸਕਦਾ, ਰੈਂਡਮ ਹੋ ਸਕਦਾ, ਪਰ ਉਹਦੇ ਉੱਤੇ ਬਕਾਇਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਮੈਂਸ਼ਨ ਹੋਣਾ ਚਾਹੀਦਾ। ਉਹਦੇ ਉੱਤੇ ਕੰਪਨੀ ਦਾ ਨਾਮ ਹੋਣਾ ਚਾਹੀਦਾ ਔਰ ਉਹ ਕਾਰਬਨ ਕਾਪੀ ਹੁੰਦੀ ਹੈ। ਮੈਂ ਥੋੜਾ ਜਿਹਾ ਗਿਆਨ ਵਾਸਤੇ ਦੱਸ ਦਿਆਂ ਕਿ ਜੇਕਰ ਕਿਸੇ ਸੱਜਣ ਨੇ ਉਹ ਪੇਪਰ ਨਾ ਦੇਖਿਆ ਹੋਵੇ ਜਾਂ ਉਹ ਨਾ ਸਮਝ ਸਕਦਾ ਹੋਵੇ, ਅਕਸਰ ਅਸੀਂ ਉਹਨੂੰ ਡਰੱਗ ਟੈਸਟ ਕਹਿ ਦਿੰਦੇ ਆ ਪਰ ਐਕਚੁਅਲੀ ਉਹ ਫਾਰਮ ਦਾ ਨਾਮ CCF ਹੁੰਦਾ। ਜਿਹੜਾ ਡਰੱਗ ਟੈਸਟ ਦੀ ਰਿਪੋਰਟ ਸਾਨੂੰ ਲੈਬ ਵੱਲੋਂ ਆਉਂਦੀ ਹੈ ਉਹ ਤਾਂ ਹੀ ਵੈਲਿਡ ਹੈ ਜੇਕਰ ਸਾਡੇ ਨਾਲ CCF ਫਾਰਮ ਲੱਗਾ। ਸੋ CCF ਜਿਹੜਾ ਹੈ ਉਹ ਵੀ ਇੱਕ ਡਰੱਗ ਟੈਸਟ ਦੀ ਬੇਸ਼ੱਕ ਇੱਕ ਪਾਰਟ ਹੁੰਦਾ ਪਰ ਇੱਕ ਅਲੱਗ ਫਾਰਮ ਹੁੰਦਾ। ਉਸ ਫਾਰਮ ਨੂੰ ਸੰਭਾਲ ਕੇ ਰੱਖਣਾ ਔਰ ਡਰੱਗ ਟੈਸਟ ਦੇ ਨਾਲ ਲਾ ਕੇ ਰੱਖਣਾ ਇਹ ਬੜਾ ਜ਼ਰੂਰੀ ਹੈ। ਡਰੱਗ ਟੈਸਟ ਦੇ ਵਿੱਚ ਜਿਹੜਾ ਹੈਗਾ ਸਾਡਾ ਨੈਗੇਟਿਵ ਡਰੱਗ ਟੈਸਟ ਹੋਣਾ ਚਾਹੀਦਾ। ਕਈ ਵਾਰ ਇਹ ਡਰੱਗ ਟੈਸਟ
ਨੈਗੇਟਿਵ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਸਾਨੂੰ ਕਈ ਵਾਰੀ ਆ ਜਾਂਦਾ ਕਿ ਡਾਇਲੂਟ ਸੈਂਪਲ ਦਾ ਇੱਕ ਨਾਲ ਨੋਟਸ ਲਿਖਿਆ ਹੁੰਦਾ। ਉਸ ਕੇਸ ਦੇ ਵਿੱਚ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਆਪਣੇ ਡਰਗ ਟੈਸਟ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਦਾ, ਜਿਹੜਾ ਕੰਸੋਰਟੀਅਮ ਤੁਹਾਡਾ ਹੈਗਾ, ਤੁਸੀਂ ਇੱਕ ਵਾਰੀ ਉਹਨੂੰ ਕੰਟੈਕਟ ਜ਼ਰੂਰ ਕਰੋ, ਕਿਉਂਕਿ ਜਿਹੜਾ ਡਾਇਲੂਟ ਹੁੰਦਾ ਉਹ ਸੈਂਪਲ ਅਕਸਰ DOT ਦੇ ਨਜ਼ਰਾਂ ਵਿੱਚ ਸਸਪੀਸ਼ੀਅਸ ਹੁੰਦਾ, ਕਿਉਂਕਿ ਉਹਦੇ ਬਾਰੇ ਇਹ ਸਮਝਿਆ ਜਾਂਦਾ ਕਿ ਡਰਾਈਵਰ ਨੇ ਬਕਾਇਦਾ ਡਰਗ ਲੈਣ ਤੋਂ ਬਾਅਦ ਜ਼ਿਆਦਾ ਪਾਣੀ ਪੀ ਕੇ ਜਾਂ ਗੈਟਰੇਡ ਪੀ ਕੇ ਜਾਂ ਕੋਈ ਹੋਰ ਤਰ੍ਹਾਂ ਲਿਕੁਇਡ ਲੈ ਕੇ ਉਸ ਡਰਗ ਦੇ ਅਸਰ ਨੂੰ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਿਹੜਾ ਡਾਇਲੂਟ ਸੈਂਪਲ ਹੁੰਦੇ ਆ, ਡਾਇਲੂਟ ਜਿਹੜਾ ਨੋਟਸ ਬੇਸ਼ੱਕ ਉਹ ਨੈਗੇਟਿਵ ਹੋਵੇ ਪਰ ਉਹ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ। ਸੋ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾਂ ਮੈਂ ਸਮਝਦਾ ਕਿ ਤੁਹਾਨੂੰ ਦੁਬਾਰਾ ਡਰਗ ਟੈਸਟ ਕਰਵਾਉਣਾ ਚਾਹੀਦਾ ਹੈ, ਜਾਂ ਤੁਹਾਨੂੰ ਆਪਣੇ ਕੰਸੋਰਟੀਅਮ ਦੇ ਨਾਲ ਜਿਹੜੀ ਹੈ ਸਲਾਹ ਕਰਨੀ ਚਾਹੀਦੀ ਹੈ ਕਿ ਉਸ ਕੇਸ ਵਿੱਚ ਕੀ ਕੀਤਾ ਜਾਵੇ। ਸੋ ਇਹ ਇਸ ਤੋਂ ਬਾਅਦ ਇਹ ਜਿਹੜੀਆਂ 5 ਜਿਹੜੇ ਸਾਡੇ ਡਾਕੂਮੈਂਟ ਹੈ, ड्राइविंग लाइसेंस, मेडिकल कार्ड, MBR, दूसरा अपना मेडिकल कार्ड और ड्रग टेस्ट और CCF, ड्रग पॉलिसी और एप्लीकेशन। सो 7 ਜਿਹੜੀਆਂ ਇਹ ਡਾਕੂਮੈਂਟਸ ਹਨ ਇਹ ਸਾਡੇ ਡਰਾਈਵਰ ਫਾਈਲ ਦਾ ਹਿੱਸਾ ਹਨ। ਇਸ ਤੋਂ ਇਲਾਵਾ ਜਿਹੜੀ ਬੈਕਗ੍ਰਾਉਂਡ ਚੈੱਕ ਹੈ ਉਹ ਉਸ ਤੋਂ ਬਾਅਦ ਦਾ ਹਿੱਸਾ ਹੈ। ਅਗਲਾ ਜਿਹੜੀ ਚੀਜ਼ ਹੈ ਡਰਾਈਵਰ ਫਾਈਲ ਦੇ ਵਿੱਚ ਉਹ 7 ਦਿਨ ਦੀ ਲੌਗ ਬੁੱਕ। ਜਿਸ ਦਿਨ ਡਰਾਈਵਰ ਤੁਹਾਡੇ ਕੋਲ ਜੁਆਇਨ ਕਰਦਾ ਤੇ ਉਹਦੀ ਉਸ ਤੋਂ ਪਹਿਲੇ 7 ਦਿਨ ਦੀ ਜਿਹੜੀ ਲੌਗ ਬੁੱਕ ਹੈ ਉਹ ਵੀ ਤੁਹਾਡੀ ਐਪਲੀਕੇਸ਼ਨ ਦਾ ਹਿੱਸਾ ਹੁੰਦੀ ਹੈ। ਸੋ ਡਰਾਈਵਰ ਕੋਲ ਤੁਹਾਨੂੰ ਪ੍ਰੀਵੀਅਸ EMPLOYER ਕੋਲ ਜੇ ਅਗਰ ਉਹਨੇ ਅਰੈਸਟ ਕੀਤੀ ਹੈ ਤਾਂ 7 ਦਿਨ ਦੀ ਨੌਨ ਡਿਊਟੀ ਜਿਹੜੀ ਹੈਗੀ ਹੈ ਉਹ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਲੌਗ ਬੁੱਕ। ਵਰਨਾ ਅਗਰ ਆਦਮੀ ਕਿਸੇ ਹੋਰ ਪਾਸੇ ਛੱਡ ਕੇ ਤੁਰੰਤ ਤੁਹਾਨੂੰ ਜੁਆਇਨ ਕਰ ਰਿਹਾ ਤਾਂ ਪਿਛਲੇ 7 ਦਿਨ ਦੀ ਲੌਗ ਬੁੱਕ ਜਿਹੜੀ ਹੈ ਉਹ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਜਿਹੜਾ ਆਖਰੀ ਡਾਕੂਮੈਂਟ ਹੈ ਉਹ ਹੈ ਰੋਡ ਟੈਸਟ। ਸੋ ਹਰੇਕ ਡਰਾਈਵਰ ਦਾ ਰੋਡ ਟੈਸਟ ਹੋਣਾ ਜਿਹੜਾ ਤੁਹਾਡੇ ਸੇਫਟੀ ਮੈਨੇਜਰ ਦੁਆਰਾ ਜਾਂ ਸੇਫਟੀ ਦਾ ਜਿਹੜਾ ਵੀ ਤੁਹਾਡਾ ਪੋਜੀਸ਼ਨ ਤੇ ਬੈਠਾ ਉਹ ਮਾਲਕ ਆਪ ਵੀ ਹੋ ਸਕਦਾ, ਉਹ ਕੋਈ ਅਸਾਈਨਡ ਬਕਾਇਦਾ ਸੇਫਟੀ ਮੈਨੇਜਰ ਜਾਂ ਸੇਫਟੀ ਦਾ ਪਰਸਨ ਹੋ ਸਕਦਾ। ਸੋ ਉਹਦੀ ਇਹ ਡਿਊਟੀ ਬਣਦੀ ਹੈ ਕਿ ਉਸ ਡਰਾਈਵਰ ਦਾ ਕੋਈ 32 ਮੀਲਾਂ ਤੋਂ ਉੱਪਰ ਬਕਾਇਦਾ ਰੋਡ ਟੈਸਟ ਲਿਆ ਜਾਵੇ। ਉਹਨੂੰ ਬਕਾਇਦਾ ਸਾਰੇ ਗੇਅਰ ਪਵਾ ਕੇ, ਅਗਰ ਉਹ ਗੇਅਰ ਆਟੋਮੈਟਿਕ ਟਰੱਕ ਹੈ ਤਾਂ ਉਹਨੂੰ ਬੈਕ ਕਰਵਾ ਕੇ, ਉਹਦੀ ਟਰਨ ਕਰਵਾ ਕੇ, ਉਹਨੂੰ ਫਰੀਵੇ ਦੇ ਉੱਤੇ ਲਿਜਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨਾ ਤੁਹਾਡੀ ਬਕਾਇਦਾ ਡਿਊਟੀ ਬਣਦੀ ਹੈ। ਉਹ ਜਿਹੜਾ ਰੋਡ ਟੈਸਟ ਹੈ ਉਹਦਾ ਫਾਰਮ ਬਕਾਇਦਾ ਤੁਹਾਨੂੰ ਆਨਲਾਈਨ ਮਿਲ ਜਾਂਦਾ ਹੈ। ਅਗਰ ਨਹੀਂ ਮਿਲਦਾ ਤਾਂ ਤੁਸੀਂ ਜਿਹੜੀ ਵੀ ਕੰਪਨੀ ਤੋਂ, ਜਿਹੜੇ ਵੀ ਆਪਣੇ ਪ੍ਰੋਵਾਈਡਰ ਕੋਲ ਤੁਸੀਂ ਫਾਰਮ ਵਗੈਰਾ ਜਾਂ ਐਪਲੀਕੇਸ਼ਨ ਜਿਹਦੇ ਕੋਲ ਲੈਣੇ ਹੋ, ਇੱਕ ਮੇਕ ਸ਼ੋਰ ਕਰਨਾ ਜ਼ਰੂਰੀ ਹੈ ਕਿ ਤੁਹਾਡੇ ਡਰਾਈਵਿੰਗ ਜਿਹੜੀ ਐਪਲੀਕੇਸ਼ਨ ਹੈਗੀ ਆ, ਡਰਾਈਵਰਸ ਐਪਲੀਕੇਸ਼ਨ ਹੈ, ਉਹਦੇ ਵਿੱਚ ਕੀ ਰੋਡ ਟੈਸਟ ਦਾ ਪੇਪਰ ਹੈ ਜਾਂ ਨਹੀਂ। ਅਗਰ ਉਹ ਹੈ ਤਾਂ ਉਹ ਬਕਾਇਦਾ ਡਰਾਈਵਰ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਭਰਨ ਤੋਂ ਬਾਅਦ ਉਹ ਸਾਈਨ ਹੋਣਾ। ਜਿਸ ਵੀ ਕੰਪਨੀ ਦੇ ਵਿੱਚ ਜਿਸ ਵੀ ਅਫੀਸ਼ੀਅਲ ਨੇ ਉਹ ਤੁਹਾਡਾ ਰੋਡ ਟੈਸਟ ਜਿਹੜਾ ਉਹਦਾ ਰੋਡ ਟੈਸਟ ਦੇ ਉਹਦੇ ਸਾਈਨ ਹੋਣੇ ਜਿਹੜੇ ਆ ਉਹਦੇ ਵਾਸਤੇ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਜਿਸ ਦਿਨ ਤੋਂ ਉਹਨੇ ਐਕਟਿਵਲੀ ਕੰਪਨੀ 'ਚ ਕੰਮ ਸਟਾਰਟ ਕਰਨਾ ਸ਼ੁਰੂ ਕੀਤਾ ਉਹਦੀ ਡੇਟ, ਕਿਸ ਤਰੀਕ ਤੋਂ ਤੁਸੀਂ ਉਹਨੂੰ ਹਾਇਰ ਕੀਤਾ, ਇਹ ਨੋਟ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਜਦੋਂ ਆਡਿਟ ਹੁੰਦਾ ਤਾਂ DOT ਦਾ ਪਹਿਲਾ ਕੁਐਸਚਨ ਜਿਹੜਾ ਤੁਹਾਨੂੰ ਇਹ ਹੁੰਦਾ ਕਿ ਆਪਣੇ ਡਰਾਈਵਰਸ ਦੀ ਲਿਸਟ ਭੇਜੋ। ਉਸ ਡਰਾਈਵਰ ਦੇ ਵਿੱਚ ਜਿੱਥੇ ਉਹ ਡਰਾਈਵਰ ਦਾ ਨਾਮ, ਪਤਾ, ਉਹਦਾ ਮੈਡੀਕਲ ਕਾਰਡ, ਉਹਦੀ ਸੋਸ਼ਲ ਸਿਕਿਉਰਿਟੀ ਜਾਂ ਹੋਰ ਬਾਕੀ ਚੀਜ਼ਾਂ ਮੰਗਦੇ ਆ, ਉਹਦੇ ਜਿਹੜਾ ਖਾਸ ਜਿਹੜਾ ਡਾਕੂਮੈਂਟ ਮੰਗਦੇ ਆ ਉਹ ਮੰਗਿਆ ਤੁਹਾਡੇ ਕੋਲੋਂ ਇਹ ਜਾਂਦਾ ਕਿ ਡਰਾਈਵਰ ਤੁਹਾਡੇ ਕੋਲ ਹਾਇਰ ਕਦੋਂ ਕੀਤਾ ਗਿਆ। ਜੇਕਰ ਡਰਾਈਵਰ ਟਰਮੀਨੇਟ ਵੀ ਹੋਇਆ ਜਾਂ ਡਰਾਈਵਰ ਛੱਡ ਕੇ ਚਲਾ ਗਿਆ ਤਾਂ ਉਹਦੀ ਟਰਮੀਨੇਸ਼ਨ ਡੇਟ ਜਿਹੜੀ ਹੈ, ਹਾਇਰਿੰਗ ਔਰ ਟਰਮੀਨੇਸ਼ਨ ਡੇਟ ਜਿਹੜੀ ਆ ਡਰਾਈਵਰ ਦੀ, ਉਹ ਤੁਹਾਡੇ ਕੋਲ ਬਕਾਇਦਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਜਿਹੜੀ ਡਰਾਈਵਰ ਐਪਲੀਕੇਸ਼ਨ ਹੈ ਉਹਨੂੰ ਭਰਨਾ, ਉਹਦੇ ਸਾਰੇ ਡਾਕੂਮੈਂਟਸ ਮੇਨਟੇਨ ਕਰਨੇ ਔਰ ਬੈਕਗ੍ਰਾਉਂਡ ਚੈੱਕ ਕਰਨੀ ਜਿਹੜੀ ਉਹ ਬੜੀ ਜ਼ਰੂਰੀ ਚੀਜ਼ ਹੈ। ਜੇਕਰ ਕਿਸੇ ਸੱਜਣ ਦਾ, ਜਿਹੜੇ ਵੀ ਲਾਈਵ ਸੱਜਣ ਦੇਖ ਰਹੇ ਆ, ਜੇਕਰ ਉਹਨਾਂ ਕਿਸੇ ਕਿਸਮ ਦਾ ਸਵਾਲ ਹੋਵੇ ਇਹਨਾਂ ਚੀਜ਼ਾਂ ਨੂੰ ਲੈ ਕੇ, ਉਹ ਸਾਨੂੰ ਅਸੀਂ ਕੋਈ 5 ਮਿੰਟ ਵਾਸਤੇ ਹੋਰ ਹਾਲੇ ਇਸ ਟੌਪਿਕ ਨੂੰ ਕੰਟੀਨਿਊ ਕਰਨਾ ਹੈ। ਜੇਕਰ ਕੋਈ ਵੀ ਸੱਜਣ ਇਸ ਬਾਰੇ ਕੋਈ ਵੀ ਕਿਸੇ ਕਿਸਮ ਦਾ ਸਵਾਲ ਕਰਨਾ ਚਾਹੋਗੇ ਤਾਂ ਸਾਨੂੰ ਕਰ ਸਕਦਾ। ਮੇਰਾ ਫੋਨ ਨੰਬਰ ਹੈਗਾ 5105576988। ਅਗੇਨ ਮੇਰਾ ਨੰਬਰ ਹੈਗਾ 5105576988।
ਕਈ ਵਾਰੀ ਅਸੀਂ ਜਿਹੜੀ ਐਪਲੀਕੇਸ਼ਨ ਆਫ ਡਰਾਈਵਰ ਹੈ ਇਹਨੂੰ ਭਰਨ ਲੱਗਿਆ ਜਾਂ ਇਹਨੂੰ ਇੰਨਾ ਇੰਪੋਰਟੈਂਟ ਡਾਕੂਮੈਂਟ ਜਿਹੜਾ ਉਹ ਨਹੀਂ ਮੰਨਦੇ, ਪਰ DOT ਦੇ ਪੁਆਇੰਟ ਆਫ ਵਿਊ ਨਾਲ, ਆਡਿਟ ਦੇ ਪੁਆਇੰਟ ਆਫ ਵਿਊ ਨਾਲ ਜਿਹੜੇ 5 ਜ਼ਰੂਰੀ ਖੇਤਰ ਹਨ, ਜਦੋਂ ਤੁਹਾਡਾ ਆਡਿਟ ਹੁੰਦਾ ਤਾਂ DOT ਅਫਸਰ ਜਿਹੜਾ ਹੈਗਾ ਉਹ 5 ਖੇਤਰਾਂ ਨੂੰ ਇੰਪੋਰਟੈਂਟ ਮੰਨਦਾ, ਜਿਨ੍ਹਾਂ ਵਿੱਚ ਡਰਗ ਟੈਸਟ ਇੱਕ ਜ਼ਰੂਰੀ ਚੀਜ਼ ਹੈ, ਜਿਨ੍ਹਾਂ ਵਿੱਚ ਤੁਹਾਡੇ ਆਵਰਸ ਆਫ ਸਰਵਿਸ ਜਿਹਨੂੰ ਅਸੀਂ ਲੌਗ ਬੁੱਕ ਕਹਿੰਦੇ ਹਾਂ। ਅਗਲਾ ਟੌਪਿਕ ਜਿਹੜਾ ਹੁੰਦਾ ਹੈ ਉਹ ਤੁਹਾਡਾ ਮੇਨਟੇਨੈਂਸ ਹੈਗੀ ਹੈ। ਅਗਰ ਤੁਸੀਂ ਆਪਣਾ ਜਿਹੜਾ ਤੁਹਾਡਾ ਟਰੱਕਾਂ ਦੀ ਮੇਨਟੇਨੈਂਸ ਜਾਂ ਵਹੀਕਲ ਦੀ, ਬੇਸ਼ੱਕ ਟ੍ਰੇਲਰਸ ਦੀ ਮੇਨਟੇਨੈਂਸ ਹੈਗੀ ਆ, ਉਹਦੀ ਬਿਟ ਇੰਸਪੈਕਸ਼ਨ ਹੈ ਜਾਂ ਉਹਨਾਂ ਦੀ ਐਨੂਅਲ ਇੰਸਪੈਕਸ਼ਨ ਹੈ। ਜਿਹੜਾ ਉਸ ਤੋਂ ਬਾਅਦ ਜਿਹੜਾ ਵੱਡਾ ਇੱਕ ਜਾਂ ਮੇਨ ਜਿਹੜਾ ਇੱਕ ਫੀਲਡ ਹੈ ਉਹ ਹੈ ਡਰਾਈਵਰ ਕੁਆਲੀਫਿਕੇਸ਼ਨ। ਜਿਸ ਕੰਪਨੀ ਦੀ ਡਰਾਈਵਰ ਕੁਆਲੀਫਿਕੇਸ਼ਨ ਠੀਕ ਨਾ ਹੋਵੇ, ਕਿ ਜਿਵੇਂ ਪੰਜਾਬੀ ਵਿੱਚ ਅਸੀਂ ਕਹਿੰਦੇ ਆ ਕਿ ਘਰ ਦੇ ਭਾਗ ਦਰਵਾਜ਼ਿਆਂ ਦੇ ਸਪਿੰਦੇ ਆ, ਤਾਂ ਜਿਹੜਾ ਪੁਲਿਸ ਆਫੀਸਰ ਹੈ ਜਦੋਂ ਉਹ ਤੁਹਾਡੀ ਡਰਾਈਵਰ ਫਾਈਲਸ ਨੂੰ ਆਣ ਕੇ ਦੇਖਦਾ, ਜੇਕਰ ਉਹ ਪ੍ਰੋਪਰ ਮੇਨਟੇਨ ਨਹੀਂ ਹੁੰਦੀ ਤਾਂ ਉਸ ਕੰਪਨੀ ਦਾ ਜਿਹੜਾ ਆਡਿਟ ਹੈ ਹੋਰ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਉਹਦੇ ਬਾਰੇ ਪੁਲਿਸ ਆਫੀਸਰ ਦੇ ਦਿਮਾਗ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਇਹ ਕੰਪਨੀ ਜਿਹੜੀ ਹੈ ਆਰਗੇਨਾਈਜ਼ਡ ਹੈ। ਐਪਲੀਕੇਸ਼ਨ ਦੇ ਵਿੱਚ ਜਿਹੜਾ ਅਗਲਾ ਜਿਹੜਾ ਡਾਕੂਮੈਂਟ ਮੈਂ ਜਿਹੜਾ ਬੇਸ਼ੱਕ ਉਹ ਐਪਲੀਕੇਸ਼ਨ ਕੁਆਲੀਫਿਕੇਸ਼ਨ ਦਾ ਜਿਹੜਾ ਆਪਣਾ ਡਰਾਈਵਰ ਕੁਆਲੀਫਿਕੇਸ਼ਨ ਉਹਦਾ ਪਾਰਟ ਬੇਸ਼ੱਕ ਉਹ ਨਹੀਂ ਹੈ, ਪਰ ਕੈਲੀਫੋਰਨੀਆ ਵਿੱਚ ਰਹਿੰਦੇ ਜਿਹੜੇ ਟਰੱਕਰਸ ਹੈਗੇ, ਜਿਹੜੀਆਂ ਕੈਲੀਫੋਰਨੀਆ ਦੀਆਂ ਕੰਪਨੀ ਹੈਗੀਆਂ, ਉਹਨਾਂ ਵਾਸਤੇ ਜਿਹੜਾ ਇੱਕ ਜ਼ਰੂਰੀ ਚੀਜ਼ ਹੈ ਉਹ ਹੈ ਇੰਪਲੋਇਰ ਪੁੱਲ ਨੋਟਿਸ ਪ੍ਰੋਗਰਾਮ। ਇੰਪਲੋਇਰ ਪੁੱਲ ਨੋਟਿਸ ਜਿਹੜਾ ਹੈਗਾ ਉਹ ਇੱਕ ਕੈਲੀਫੋਰਨੀਆ ਵੱਲੋਂ ਡਰਾਈਵਰ ਕੈਰੀਅਰਸ ਹੈਗੇ ਆ ਉਹਨਾਂ ਦੀ ਫੈਸਿਲਿਟੀ ਵਾਸਤੇ, ਉਹਨਾਂ ਦੀ ਸਹਾਇਤਾ ਵਾਸਤੇ ਇੱਕ ਖਾਸ ਪ੍ਰੋਗਰਾਮ ਡਿਜ਼ਾਈਨ ਕੀਤਾ, ਜਿਹਦੇ ਅੰਦਰ ਜਦੋਂ ਵੀ ਡਰਾਈਵਰ ਪਾਰ ਸਕੇਲ ਦੇ ਉੱਤੇ ਪੁੱਲ ਹੁੰਦਾ ਜਾਂ ਉਹਨੂੰ ਸਾਈਟੇਸ਼ਨ ਮਿਲਦੀ ਹੈ ਤਾਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ, ਜੇਕਰ ਉਹਨੂੰ ਕੋਈ ਸਾਈਟੇਸ਼ਨ ਮਿਲਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਉਸ ਕੈਰੀਅਰ ਤੱਕ ਵਾਪਸ ਪਹੁੰਚਾਉਣਾ ਜਾਂ ਉਹਦੇ ਇੰਪਲੋਇਰ ਤੱਕ ਵਾਪਸ ਪਹੁੰਚਾਉਣ ਦੇ ਪ੍ਰੋਗਰਾਮ ਨੂੰ ਇੰਪਲੋਇਰ ਪੁੱਲ ਨੋਟਿਸ ਕਹਿੰਦੇ ਆ। ਜਦੋਂ ਵੀ ਤੁਸੀਂ ਡਰਾਈਵਰ ਹਾਇਰ ਕਰਦੇ ਹੋ ਤਾਂ ਬਕਾਇਦਾ ਤੁਹਾਡੇ ਕੋਲ ਉਹਦਾ ਆਪਣਾ EPN ਨੰਬਰ ਜਿਹੜਾ ਇੰਪਲੋਇਰ ਪੁੱਲ ਨੋਟਿਸ ਨੰਬਰ ਹੈ ਉਹ ਤੁਹਾਡੇ ਕੋਲ ਕੰਟਰੈਕਟ ਜਿਹੜਾ DMV ਨਾਲ ਹੋਣਾ ਚਾਹੀਦਾ। ਇਹਦੇ ਵਾਸਤੇ ਅਲੱਗ-ਅਲੱਗ ਫਾਰਮ 1100, 1104 ਤੇ 1102 ਫਾਰਮ ਹਨ, ਇਹ ਤੁਹਾਨੂੰ ਬਕਾਇਦਾ ਸਾਈਨ ਕਰਕੇ ਭੇਜਣੇ ਪੈਂਦੇ ਆ। ਔਰ ਜਿੰਨੇ ਡਰਾਈਵਰ ਹੁੰਦੇ ਆ ਉਹਨਾਂ ਦੇ $5 ਦੇ ਹਿਸਾਬ ਨਾਲ ਜਿਹੜੀ ਕੈਲੀਫੋਰਨੀਆ ਜਿਹੜੀ ਸਟੇਟ ਹੈ ਉਹ ਚਾਰਜ ਤੁਹਾਨੂੰ ਕਰਦੀ ਹੈ, ਪਰ ਤੁਹਾਨੂੰ ਉਹਦੀ ਇੱਕ ਫੈਸਿਲਿਟੀ ਬਹੁਤ ਵੱਡੀ ਹੈ। ਬੇਸ਼ੱਕ ਤਾਂ ਕੋਈ ਸ਼ੱਕ ਨਹੀਂ, ਇੱਕ ਲਾਅ ਹੈ, ਬਟ ਕੈਰੀਅਰ ਨੂੰ ਉਹਦਾ ਇੱਕ ਬਹੁਤ ਵੱਡਾ ਬੈਨੀਫਿਟ ਹੈ ਕਿ ਕੈਰੀਅਰ ਦੇ ਕੋਲੋਂ ਡਰਾਈਵਰ ਆਪਣੀ ਕਿਸੇ ਵੀ ਸਾਈਟੇਸ਼ਨ ਬਾਰੇ ਝੂਠ ਨਹੀਂ ਬੋਲ ਸਕਦਾ। ਸੋ ਇੰਪਲੋਇਰ ਪੁੱਲ ਨੋਟਿਸ ਜਿਹੜਾ ਉਹਦੇ ਵਿੱਚ ਤੁਹਾਡੇ ਸਾਰੇ ਡਰਾਈਵਰ ਕੈਲੀਫੋਰਨੀਆ ਵਿੱਚ ਜਿਹੜੀਆਂ ਕੰਪਨੀਆਂ ਚੱਲਦੀਆਂ, ਬੇਸ਼ੱਕ ਉਹ ਡਰਾਈਵਰ ਕੈਲੀਫੋਰਨੀਆ ਦਾ ਬਸ਼ਿੰਦਾ ਹੋਵੇ, ਕੈਲੀਫੋਰਨੀਆ ਦਾ ਰੈਜ਼ੀਡੈਂਟ ਹੋਵੇ ਜਾਂ ਉਹ ਕਿਸੇ ਬਾਹਰਲੀ ਸਟੇਟ ਦਾ ਰੈਜ਼ੀਡੈਂਟ ਹੋਵੇ, ਉਸ ਦਾ ਹੋਣਾ ਜਿਹੜਾ ਉਸ ਇੰਪਲੋਇਰ ਪੁੱਲ ਨੋਟਿਸ ਪ੍ਰੋਗਰਾਮ ਵਿੱਚ ਉਹਦਾ ਐਨਰੋਲ ਹੋਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਨਾ ਹੋਣ ਦੀ ਸੂਰਤ ਵਿੱਚ DOT ਡਿਪਾਰਟਮੈਂਟ ਜਾਂ ਜਿਹੜਾ ਤੁਹਾਡਾ CHP ਡਿਪਾਰਟਮੈਂਟ ਹੈ ਬਿਟ ਇੰਸਪੈਕਸ਼ਨ ਦੇ ਦੌਰਾਨ ਤੁਹਾਨੂੰ ਸਾਈਟੇਸ਼ਨ ਦੇ ਸਕਦਾ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਜਿਹਦੇ ਬਾਰੇ ਅਸੀਂ ਬਹੁਤ ਡਿਟੇਲ ਦੇ ਵਿੱਚ ਗੱਲ ਕਰਾਂਗੇ, ਡਰਗ ਹਾਊਸ ਕਲੀਅਰਿੰਗ ਹਾਊਸ। ਹਰੇਕ ਡਰਾਈਵਰ ਦਾ ਜਿਹੜਾ ਉਹ ਕਲੀਅਰਿੰਗ ਹਾਊਸ ਤੋਂ ਬਕਾਇਦਾ ਉਹਦੀ ਕਲੀਅਰੈਂਸ ਹੋਣੀ ਚਾਹੀਦੀ ਹੈ। ਉਹ ਕਿਵੇਂ ਹੋਣੀ ਹੈ, ਉਹਦੇ ਕੀ ਕੀ ਖਾਸੀਅਤਾਂ ਹਨ, ਇਹ ਅਸੀਂ ਜਿਸ ਦਿਨ ਡਰਗ ਦਾ ਪਾਰਟ ਕਵਰ ਕਰਾਂਗੇ, ਜਿਸ ਦਿਨ ਅਸੀਂ ਡਰਗ ਟੈਸਟ ਬਾਰੇ ਹੋਰ ਤਫਸੀਲ ਦੇ ਨਾਲ ਗੱਲ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ 30-35 ਮਿੰਟ ਦਾ ਪ੍ਰੋਗਰਾਮ ਜਿਹੜਾ ਅਸੀਂ ਬਕਾਇਦਾ ਡਰਗ ਟੈਸਟ ਦੇ ਉੱਤੇ, ਪ੍ਰੀ ਇੰਪਲੋਇਮੈਂਟ ਦੇ ਉੱਤੇ, ਪੋਸਟ ਐਕਸੀਡੈਂਟ ਡਰਗ ਟੈਸਟ ਦੇ ਉੱਤੇ ਔਰ ਬਕਾਇਦਾ ਕਲੀਅਰਿੰਗ ਹਾਊਸ ਦੇ ਉੱਤੇ ਅਸੀਂ ਇਹਦੇ ਉੱਤੇ 2 ਜਾਂ 3 ਟੌਪਿਕ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਦਿਨ ਇਹ ਸਾਰਾ ਜਿਹੜੀ ਹੈ ਤਫਸੀਲ ਵਿੱਚ ਸਮਝਾਇਆ ਜਾਏਗਾ, ਪਰ ਅੱਜ ਟੂਕ ਮਾਤਰ ਇਹ ਹੈ ਕਿ ਤੁਹਾਡਾ ਕਲੀਅਰਿੰਗ ਹਾਊਸ ਵਿੱਚ ਡਰਾਈਵਰ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ। ਔਰ ਲਾਸਟ ਔਰ ਜਿਹੜੀ ਬਹੁਤ ਹੀ ਜ਼ਰੂਰੀ ਚੀਜ਼ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਡਰਗ ਟੈਸਟ ਕਰਵਾਉਂਦੇ ਹੋ ਤਾਂ ਜੇਕਰ ਉਹ ਡਰਾਈਵਰ ਹਾਇਰ ਨਹੀਂ ਹੁੰਦਾ ਤਾਂ ਅਲੱਗ ਗੱਲ ਹੈ, ਜੇਕਰ ਉਹ ਡਰਾਈਵਰ ਹਾਇਰ ਹੁੰਦਾ ਹੈ ਤਾਂ ਉਸ ਡਰਾਈਵਰ ਨੂੰ ਰੈਂਡਮ ਪ੍ਰੋਗਰਾਮ ਦੇ ਵਿੱਚ ਐਡ ਕਰਵਾਉਣਾ ਆਪਣੇ ਕੰਸੋਰਟੀਅਮ ਦੇ ਥਰੂ, ਆਪਣੀ ਡਰਗ ਟੈਸਟਿੰਗ ਕੰਪਨੀ ਦੇ ਥਰੂ ਬਹੁਤ ਜ਼ਿਆਦਾ ਜ਼ਰੂਰੀ ਹੈ। ਰੈਂਡਮ ਪ੍ਰੋਗਰਾਮ ਵਿੱਚ ਕਈ ਵਾਰੀ ਅਸੀਂ ਭੁਲੇਖਾ ਖਾ ਜਾਂਦੇ ਹਾਂ ਕਿ ਅਸੀਂ ਡਰਗ ਟੈਸਟ ਕਰਵਾ ਲਿਆ ਪਰ ਰੈਂਡਮ ਵਿੱਚ ਨਹੀਂ ਉਹਨੂੰ ਐਨਰੋਲ ਕਰਵਾਇਆ,
ਤਾਂ ਅਸੀਂ ਅਕਸਰ ਡਰਗ ਟੈਸਟ ਨੂੰ ਔਰ ਰੈਂਡਮ ਨੂੰ ਕਨਫਿਊਜ਼ ਕਰ ਜਾਂਦੇ। ਪ੍ਰੀ ਇੰਪਲੋਇਮੈਂਟ ਡਰਗ ਟੈਸਟ ਹੋਣ ਦਾ ਮਤਲਬ ਕਦਾਚਿਤ ਵੀ ਨਹੀਂ ਕਿ ਉਹ ਡਰਾਈਵਰ ਤੁਹਾਡਾ ਜਿਹੜਾ ਹੈ ਉਹ ਰੈਂਡਮ ਪ੍ਰੋਗਰਾਮ ਵਿੱਚ ਬਕਾਇਦਾ ਐਨਰੋਲ ਹੋ ਚੁੱਕਿਆ। ਕਿਉਂਕਿ ਅਗਰ ਤੁਸੀਂ 10 ਡਰਾਈਵਰਸ ਦੀ ਡਰਗ ਟੈਸਟ ਕਰਵਾਉਣੇ ਆ ਤਾਂ ਤੁਹਾਡੀ ਜਿਹੜੀ ਕੰਸੋਰਟੀਅਮ ਹੈ ਜਾਂ ਤੁਹਾਡੀ ਜਿਹੜੀ ਲੈਬ ਤੁਹਾਡੀ ਜਿਹੜੀ ਵੀ ਕੰਪਨੀ ਤੁਹਾਡਾ ਡਰਗ ਟੈਸਟ ਕਰਦੀ ਹੈ ਉਹਦੇ ਕੋਲ ਇਹ ਇਨਫੋਰਮੇਸ਼ਨ ਬਿਲਕੁਲ ਨਹੀਂ ਹੁੰਦੀ ਕਿ ਤੁਸੀਂ ਇਸ ਡਰਾਈਵਰ ਨੂੰ ਹਾਇਰ ਕਰ ਚੁੱਕੇ ਹੋ ਜਾਂ ਨਹੀਂ ਕਰ ਚੁੱਕੇ। ਹੋ ਸਕਦਾ ਤੁਹਾਡੇ ਕੋਲ 10 ਡਰਾਈਵਰ ਆਉਣ ਵਿੱਚੋਂ ਤੁਸੀਂ 6 ਜਾਂ 5 ਨੂੰ ਹੀ ਹਾਇਰ ਕੀਤਾ, ਬਾਕੀ ਤੁਸੀਂ ਡਿਸਕੁਆਲੀਫਾਈ ਕੀਤੇ ਆ। ਸੋ ਜਿਹੜੇ 5 ਹਾਇਰ ਹੋਏ ਹਨ ਉਹਨਾਂ ਦੀ ਲਿਸਟ ਬੇਸ਼ੱਕ ਉਹ ਮੰਥਲੀ ਬੇਸਿਸ ਤੇ ਜਾਂ ਵੀਕਲੀ ਬੇਸਿਸ ਤੇ ਕੈਰੀਅਰ ਨੂੰ ਭੇਜਣੀ, ਆਪਣੇ ਕੰਸੋਰਟੀਅਮ ਨੂੰ ਜਾਂ ਆਪਣੀ ਡਰਗ ਟੈਸਟ ਕੰਪਨੀ ਨੂੰ ਭੇਜਣੀ ਅਤੀ ਜ਼ਰੂਰੀ ਹੈ। ਕੋਈ ਵੀ ਡਰਾਈਵਰ ਅਗਰ ਰੈਂਡਮ ਪ੍ਰੋਗਰਾਮ ਵਿੱਚ ਐਨਰੋਲ ਤੋਂ ਬਗੈਰ ਅਗਰ ਉਹਦਾ ਐਕਸੀਡੈਂਟ ਹੁੰਦਾ ਜਾਂ ਉਹ ਫੜਿਆ ਜਾਂਦਾ ਜਾਂ ਡਰਗ ਟੈਸਟ ਨਾ ਕਰਵਾਉਣ ਤੋਂ ਬਗੈਰ, ਵੈਸੇ ਹੁਣ ਅੱਗੇ ਤੋਂ ਇਹ ਕਾਫੀ ਚੀਜ਼ ਜਿਹੜੀ ਪ੍ਰਚਲਿਤ ਤੇ ਘਟ ਰਹੀ ਹੈ ਔਰ ਬੜੀ ਚੰਗੀ ਗੱਲ ਹੈ, ਬੜਾ ਚੰਗਾ ਸੁਣਿਆ ਸਾਡੀ ਆਪਣੀ ਕਮਿਊਨਿਟੀ ਵਾਸਤੇ, ਸਾਡੇ ਭਾਈਚਾਰੇ ਵਾਸਤੇ। ਅੱਜ ਤੋਂ 10-15 ਸਾਲ ਪਹਿਲਾਂ ਅਸੀਂ ਇਹ ਜਿਹੜਾ ਰੁਝਾਨ ਹੈ ਇਹ ਬਹੁਤ ਜ਼ਿਆਦਾ ਦੇਖਦੇ ਹੁੰਦੇ ਸੀ। ਅਕਸਰ ਅਸੀਂ ਡਰਾਈਵਰਸ ਨੂੰ ਬਿਨਾਂ ਡਰਗ ਟੈਸਟ ਤੋਂ ਟਰੱਕ ਦੇ ਉੱਤੇ ਚਾੜ ਦਿੰਦੇ ਸੀ ਕਿ ਕੋਈ ਨਹੀਂ, ਇੱਕ ਗੇੜਾ ਲਾਇਆ ਉਹ ਫਿਰ ਦੁਬਾਰਾ ਅਗਲੀ ਵਾਰ ਗੇੜੇ ਕਰਵਾ ਲਵਾਂਗੇ। ਪਰ ਇਸ ਰੁਝਾਨ ਤੋਂ ਬਿਲਕੁਲ ਬਚਣਾ ਚਾਹੀਦਾ, ਕਿਉਂਕਿ ਇੱਕ ਲੋਡ 5, 7, 10, 15 ਹਜ਼ਾਰ ਦਾ ਹੋ ਸਕਦਾ ਹੈ, ਪਰ ਉਸ ਡਰਾਈਵਰ ਵੱਲੋਂ ਕੀਤਾ ਗਿਆ ਨੁਕਸਾਨ ਤੁਹਾਡੀ ਕੰਪਨੀ ਨੂੰ ਬੰਦ ਕਰਵਾਉਣ ਵਾਸਤੇ ਸਹਾਈ ਹੋ ਸਕਦਾ ਜਾਂ ਉਹਦੇ ਵਿੱਚ ਬੜਾ ਉਹਦਾ ਵੱਡਾ ਹੱਥ ਹੋ ਸਕਦਾ। ਸੋ ਡਰਾਈਵਰ ਨੂੰ ਬਿਨਾਂ ਡਰਗ ਟੈਸਟ ਕਰਵਾਇਆ ਅਗਰ ਅਸੀਂ ਟਰੱਕ ਤੇ ਚਾੜਦੇ ਹਾਂ ਤਾਂ ਮੈਂ ਇਹਨੂੰ ਅਕਸਰ ਖੁਦਕਸ਼ੀ ਵਾਲਾ ਸਟੈਪ ਕਹਿਣਾ। ਕਿਸੇ ਕੈਰੀਅਰ ਵਾਸਤੇ ਇਹ ਸੁਸਾਈਡਲ ਸਟੈਪ ਹੁੰਦਾ ਕਿ ਉਹ ਆਪਣੇ ਡਰਾਈਵਰ ਨੂੰ ਬਿਨਾਂ ਡਰਗ ਟੈਸਟ ਕੀਤੇ ਜਾਂ ਬਿਨਾਂ ਉਹਨੂੰ ਰੈਂਡਮ ਵਿੱਚ ਐਨਰੋਲ ਕਰਵਾਇਆ ਆਪਣੇ ਟਰੱਕ ਦੀ ਅਗਰ ਚਾਬੀ ਫੜਾਉਂਦਾ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਰੱਖਣਾ ਹੈ ਤਾਂ ਕਿ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ, ਆਪਣੇ ਕਿੱਤੇ ਦੇ ਵਿੱਚ ਪ੍ਰਫੁੱਲਤ ਹੋ ਸਕੋ। ਅਸੀਂ ਤੁਹਾਨੂੰ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਰਹਿੰਦੇ ਹਾਂ, ਹਮੇਸ਼ਾ ਤੁਹਾਡੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਹਾਂ। ਤੁਹਾਡੇ ਗਿਆਨ ਵਾਸਤੇ, ਤੁਹਾਡੇ ਜਾਣਕਾਰੀ ਵਾਸਤੇ ਦੱਸਦੇ ਹਾਂ ਕਿ ਸਾਡੀਆਂ ਜਿਹੜੀਆਂ ਵੀਡੀਓਜ਼ ਹੈ ਇਹ ਅਸੀਂ ਬਕਾਇਦਾ ਆਪਣਾ ਟਰੱਕਿੰਗ ਭਾਈਚਾਰਾ ਨਾਂ ਦਾ YouTube ਚੈਨਲ ਹੈ ਜਿਹਦੇ ਉੱਤੇ ਇਹ ਸਾਰੀਆਂ ਅਸੀਂ ਵੀਡੀਓਜ਼ ਪਾਉਂਦੇ ਹਾਂ। ਤੁਸੀਂ ਇਹਨਾਂ ਸਾਰੀਆਂ ਵੀਡੀਓਜ਼ ਨੂੰ ਕਦੀ ਵੀ ਜਾ ਕੇ, ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ, ਤੁਸੀਂ ਇਹਨਾਂ ਵੀਡੀਓਜ਼ ਨੂੰ ਜਾ ਕੇ ਸੁਣ ਸਕਦੇ ਹੋ, ਤੁਸੀਂ ਇਹਨਾਂ ਦਾ ਬਕਾਇਦਾ ਬੈਨੀਫਿਟ ਲੈ ਸਕਦੇ ਹੋ। ਸੋ ਅਗਲੀ ਵਾਰ ਅਗਲੇ ਟੌਪਿਕ ਦੇ ਨਾਲ ਫਿਰ ਮਿਲਾਂਗੇ, ਤਦ ਤੱਕ ਇਜਾਜ਼ਤ ਦਿਓ। ਸ਼ੁਕਰੀਆ, ਸ਼ਬਾ ਖੈਰ, ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।